सत श्री अकाल, नमस्कार, आदाब एंड गुड आफ्टरनून। मेरा नाम करण गडियोग है और मैं आज ਦਾ ਤੁਹਾਡਾ ਮਹਿਮਾਨ ਨਵਾਜ਼ ਇਸ ਵੈਬਿਨਾਰ ਨੂੰ ਹੋਸਟ ਕਰ ਰਿਹਾ। ਮੇਰਾ ਸੁਭਾਗਿਆ ਹੈ ਕਿ ਮੈਂ ਮੈਂਟਲ ਹੈਲਥ ਫਾਊਂਡੇਸ਼ਨ ਦੇ ਬਿਹਾਫ ਤੇ ਔਰ ਉਹਨਾਂ ਦੇ ਸੀਈਓ ਮਿਸਟਰ ਵਾਸਨ ਸ੍ਰੀਨਿਵਾਸਨ ਦੇ ਬਿਹਾਫ ਤੇ ਤੁਹਾਨੂੰ ਸਭ ਨੂੰ ਇਸ ਵੈਬਿਨਾਰ ਦੇ ਵਿੱਚ ਵੈਲਕਮ ਕਰਦਾ ਹਾਂ। ਸਾਡੀ ਇੰਡੀਅਨ ਕਮਿਊਨਿਟੀ ਇਸ ਵਕਤ ਪੰਜਾਬੀ ਸਪੈਸੀਫਿਕਲੀ ਐਜ਼ ਅ ਲੈਂਗੁਏਜ ਫਾਸਟੈਸਟ ਗਰੋਇੰਗ ਲੈਂਗੁਏਜ ਹੈ, ਨਾਲ ਹੀ ਸਾਡੀ ਕਮਿਊਨਿਟੀ ਦੀ ਪ੍ਰੋਬਲਮਸ ਵੀ ਗਰੋਇੰਗ ਕਰ ਰਹੀ ਆ। ਸੋ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਇੱਕ ਪ੍ਰਸਿੱਧ ਮਨੋਵਿਗਿਆਨੀ ਨਾਲ ਤੁਹਾਡੀ ਗੱਲ ਕਰਾਵਾਂਗੇ। ਪਰ ਸਭ ਤੋਂ ਪਹਿਲੇ ਜੋ ਆਸਟ੍ਰੇਲੀਆ ਦਾ ਰਿਵਾਜ ਹੈ, ਇੱਥਾਂ ਦੇ ਸਭ ਤੋਂ ਪਹਿਲੇ ਵਸ ਰਹੇ ਐਬਰੀਜਨਲ ਵਾਸੀਆਂ ਦੇ ਬਜ਼ੁਰਗਾਂ ਨੂੰ, ਉਹਨਾਂ ਦੀ ਉੱਭਰ ਰਹੀ ਪੀੜ੍ਹੀਆਂ ਨੂੰ, ਉਹਨਾਂ ਦੇ ਸਾਰੇ ਲੀਡਰਾਂ ਨੂੰ ਅਸੀਂ ਸਲਾਮ ਕਰਦੇ ਹਾਂ। We acknowledge all leaders past, present and emerging of the Aboriginal people on whose lands we meet today. So ਉਹ ਸਲਾਮੀ ਉਹਨਾਂ ਦੀ ਬਣਦੀ ਹੈ ਔਰ ਸਾਡੇ ਵੱਲੋਂ ਉਹਨਾਂ ਨੂੰ ਸਲਾਮੀ ਹੈ। ਹੁਣ ਜ਼ਿਆਦਾ ਟਾਈਮ ਨਹੀਂ ਲਾਵਾਂਗਾ ਤੁਹਾਡਾ, ਮੈਂ ਤੁਹਾਨੂੰ ਅੱਜ ਦੇ ਮੁੱਖ ਮਹਿਮਾਨ ਡਾਕਟਰ ਗੁਰਪ੍ਰੀਤ ਗੰਡਾ ਨਾਲ ਮੁਲਾਕਾਤ ਕਰਾਵਾਂਗਾ। ਡਾਕਟਰ ਗੁਰਪ੍ਰੀਤ ਗੰਡਾ ਇੱਕ ਮਨੋਵਿਗਿਆਨਿਕ ਸਾਈਕੋਲੋਜਿਸਟ ਹਨ ਜਿਨ੍ਹਾਂ ਕੋਲ ਆਲਮੋਸਟ 19-20 ਸਾਲਾਂ ਦਾ ਤਜਰਬਾ ਹੈ। ਇਹ ਸਿਡਨੀ ਦੇ ਬੈਲਾ ਵਿਸਟਾ ਦੇ ਵਿੱਚ ਇਹਨਾਂ ਦੀ ਆਪਣੀ ਪ੍ਰੈਕਟਿਸ ਹੈ ਤੇ ਇਹ ਉੱਥੇ ਪੋਟੈਂਸ਼ੀਅਲ ਅਨਲਿਮਿਟਿਡ ਦੇ ਨਾਂ ਤੇ ਇਹਨਾਂ ਦੀ ਸਰਜਰੀ ਹੈ। ਇਹ ਬਹੁਤ ਹੀ ਤਜਰਬੇਕਾਰ ਮਨੋਵਿਗਿਆਨਿਕ ਰਿਲੇਸ਼ਨਸ਼ਿਪ ਸਲਾਹਕਾਰ ਦੀ ਟੀਮ ਨੂੰ ਲੀਡ ਕਰਦੇ ਹਨ ਤੇ ਇਹ ਜਿਹੜੇ ਹਨ ਸਰਵਿਸਿਜ਼ ਨਿਊ ਸਾਊਥ ਵੇਲਜ਼, ਸਿਰਾ ਤੇ ਨਾਲ ਮਾਨਿਅਤਾ ਪ੍ਰਾਪਤ ਵੀ ਹਨ। ਸੋ ਜਿਨ੍ਹਾਂ ਨੂੰ ਅਗਰ ਕੋਈ ਲੋੜ ਹੋਏ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ। ਪੂਰਾ ਇੱਕ ਮਾਹੌਲ ਬਣਾਉਣਾ, ਇੱਕ ਪ੍ਰੋਪਰ ਰਜੀਮ ਦੇ ਨਾਲ ਟ੍ਰੇਨਿੰਗ ਹੋਈ ਹੈ ਇਹਨਾਂ ਦੀ। ਸੋ ਪੂਰੀ ਜਿਸ ਤਰ੍ਹਾਂ ਇਲਾਜ ਪ੍ਰੋਫੈਸ਼ਨਲ ਤਰੀਕੇ ਨਾਲ ਹੋਣਾ ਹੈ ਤੇ ਤਾਂ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਕੌਨਫੀਡੈਂਸ, ਆਪਣੀ ਜਿਹੜੀ ਵੈਲਿਊਜ਼ ਹਨ ਕਿ ਵੀ ਮੈਂ ਮੇਰਾ ਕੋਈ ਹੈ ਮਾਨੇ ਰੱਖਦਾ ਹੈ, ਉਹ ਸਾਰੀ ਚੀਜ਼ਾਂ 'ਚ ਤੁਹਾਡੀ ਹੈਲਪ ਕਰ ਸਕਦੇ। ਸੋ ਇਹਨਾਂ ਨੂੰ ਇੰਗਲਿਸ਼ ਦੇ ਨਾਲ ਨਾਲ ਹਿੰਦੀ, ਪੰਜਾਬੀ, ਉਰਦੂ ਦੇ ਵਿੱਚ ਵੀ ਲੈਂਗੁਏਜ ਦੀ ਕਮਾਂਡ ਹੈ। ਜਿਸ ਭਾਸ਼ਾ 'ਚ ਤੁਸੀਂ ਇਹਨਾਂ ਨਾਲ ਗੱਲ ਕਰਨਾ ਚਾਹੋਗੇ ਇਹ ਕਰ ਸਕਦੇ। ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ, ਮੈਂ ਇਹਨਾਂ ਨੂੰ ਇੰਟਰੋਡਿਊਸ ਕਰਾਂਗਾ। ਡਾਕਟਰ ਗੁਰਪ੍ਰੀਤ ਗੰਡਾ ਨੂੰ ਰਿਕੁਐਸਟ ਕਰਾਂਗਾ ਕਿ ਇਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਉਸ ਤੋਂ ਬਾਅਦ ਅਸੀਂ ਕੁਐਸਚਨ ਆਨਸਰ ਲਾਂਗੇ ਤੇ ਜੇ ਬਾਈ ਚਾਂਸ ਲੇਟ ਹੋ ਗਿਆ ਤੇ ਪਲੀਜ਼ ਤੁਸੀਂ ਚੈਟ ਦੇ ਵਿੱਚ ਕੁਐਸਚਨ ਆਪਣੇ ਜ਼ਰੂਰ ਪਾਓ। ਮੈਂਟਲ ਹੈਲਥ ਫਾਊਂਡੇਸ਼ਨ ਤੋਂ ਜਾਂ ਡਾਕਟਰ ਗੁਰਪ੍ਰੀਤ ਗੰਡਾ ਦੇ ਆਫਿਸ ਤੋਂ ਕੋਈ ਨਾ ਕੋਈ ਤੁਹਾਨੂੰ ਰਾਏ ਔਰ ਹੈਲਪ ਵਾਪਸ ਜ਼ਰੂਰ ਦੇਗਾ। ਸੋ ਡਾਕਟਰ ਗੰਡਾ ਜੀ, ਸਤਿ ਸ੍ਰੀ ਅਕਾਲ ਐਂਡ ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ੍ਰੀ ਅਕਾਲ ਸਰ, ਥੈਂਕ ਯੂ ਸੋ ਮਚ ਕਰਨ ਜੀ ਫॉर such kind words। बहुत ही थोड़ा शुक्रगुजार हाँ मैं, और मैं बहुत खुशी हो रही है आज के अपनी कम्युनिटी दे नाल जो भी मैं सीखिया है साझा करन दा मैनू मौका मिल रहा है। ते सारिਆਂ ਨੂੰ मेरा बहुत बहुत सत श्री अकाल, नमस्कार भैणां भरावां नू, बजुर्गां नू। थैंक यू करण जी। मैं अपनी स्लाइड्स शेयर करती हाँ। ਤੇ ਅੱਜ ਅਸੀਂ ਮੈਂਟਲ ਹੈਲਥ ਦੇ ਬਾਰੇ ਕੁਝ ਗੱਲਾਂ ਕਰਾਂਗੇ ਕਿ ਜਿਹੜੀ ਮਾਨਸਿਕ ਬਿਮਾਰੀਆਂ ਹੈ, ਸਮੱਸਿਆਵਾਂ ਨੇ, ਉਹ ਬਹੁਤ ਜ਼ਿਆਦਾ ਸਾਨੂੰ ਦੇਖਣ ਨੂੰ ਮਿਲ ਰਹੀਆਂ। ਸਪੈਸ਼ਲੀ ਕੋਵਿਡ ਤੋਂ ਬਾਅਦ ਤਾਂ ਅਸੀਂ ਬਹੁਤ ਜ਼ਿਆਦਾ ਦੇਖ ਰਹੇ ਹਾਂ ਕਿ ਮਾਨਸਿਕ ਬਿਮਾਰੀਆਂ ਬਹੁਤ ਹੀ ਆਮ ਦਿਖਣ ਨੂੰ ਮਿਲ ਰਹੀਆਂ ਹੈ। ਤਾਂ ਮਾਨਸਿਕ ਬਿਮਾਰੀ ਇੱਕ ਸਿਹਤ ਦੀ ਸਮੱਸਿਆ ਹੈ ਜੋ ਮਹੱਤਵਪੂਰਨ ਤੌਰ ਤੇ ਇਸ ਗੱਲ ਨੂੰ ਪ੍ਰਭਾਵਿਤ ਕਰਦੀ ਹੈ ਕਿ ਵਿਅਕਤੀ ਕਿੱਦਾਂ ਮਹਿਸੂਸ ਕਰ ਰਿਹਾ ਹੈ, ਕਿੱਦਾਂ ਸੋਚ ਰਿਹਾ, ਕਿੱਦਾਂ ਉਹਦਾ ਵਿਵਹਾਰ ਹੈ ਤੇ ਹੋਰਨਾਂ ਲੋਕਾਂ ਨਾਲ ਉਹ ਕਿੱਦਾਂ ਪੇਸ਼ ਆ ਰਿਹਾ ਹੈ। ਸੋ ਇਹਨੂੰ ਜੇ ਅਸੀਂ ਚਾਹੀਏ ਕਿ ਪਤਾ ਕਰਨਾ ਕਿ ਮੈਨੂੰ ਮਾਨਸਿਕ ਰੋਗ ਹੈ ਕਿ ਨਹੀਂ, ਬਹੁਤ ਸਾਰੇ ਟੈਸਟ ਹੁੰਦੇ ਹੈ। ਤੁਸੀਂ ਇੱਕ ਸਾਈਕੋਲੋਜਿਸਟ ਕੋਲ GP ਵੀ ਦੱਸ ਸਕਦੇ ਨੇ, ਉਹਨਾਂ ਕੋਲ ਵੀ ਕੁਝ ਕੁਐਸਚਨਰਸ ਹੁੰਦੇ ਹੈ ਜਿਹਦੇ ਨਾਲ ਪਤਾ ਕੀਤਾ ਜਾ ਸਕਦਾ ਹੈ ਕਿ ਕਿਸੇ ਨੂੰ ਕਿ ਕੋਈ ਡਿਪਰੈਸ਼ਨ ਹੈ, ਯਾਨੀ ਉਦਾਸੀ ਹੈ ਜਾਂ ਘਬਰਾਹਟ ਹੈ, ਐਂਜ਼ਾਇਟੀ ਹੈ, ਕੀ ਹੈ, ਤੇ ਉਹਨਾਂ ਦਾ ਇਲਾਜ ਬੜੀ ਚੰਗੀ ਤਰ੍ਹਾਂ ਕੀਤਾ ਜਾ ਸਕਦਾ ਹੈ। ਸੋ ਅੱਜ ਦੇ ਜਿਹੜਾ ਦੌਰ ਹੈ ਉਹਦੇ ਵਿੱਚ ਬਹੁਤ ਸਾਰੇ ਟ੍ਰੀਟਮੈਂਟਸ ਜਿਹੜੇ ਨੇ ਅਵੇਲੇਬਲ ਨੇ ਇਹ ਸਮੱਸਿਆਵਾਂ ਨੂੰ ਡੀਲ ਕਰਨ ਲਈ। ਔਰ ਦੇਖਿਆ ਜਾ ਰਿਹਾ ਹੈ ਕਿ ਤੁਸੀਂ ਸਲਾਈਡ ਵਿੱਚ ਵੀ ਦੇਖ ਰਹੇ ਹੋ ਕਿ 45% ਵਿਕਟੋਰੀਅਨਸ ਅੱਜ ਦੇ ਦਿਨ ਵਿੱਚ ਇਹ ਮੈਂਟਲ ਇਲਨੈਸ
ਤੋਂ ਜੂਝ ਰਹੇ ਨੇ, ਰਾਈਟ? ਤਾਂ ਦਿਸ ਇਜ਼ ਹਾਊ ਪ੍ਰੀਵੈਲੈਂਟ ਇੰਨੀ ਜ਼ਿਆਦਾ ਇਹ ਸਮੱਸਿਆ ਵੱਧ ਚੁੱਕੀ ਹੈ। ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਅੱਜ ਦੇ ਦਿਨ ਵਿੱਚ ਮੈਂ ਕੁਇਕਲੀ ਕੁਝ ਜਿਹੜੇ ਮੋਟੇ ਜਿਹੜੇ ਡਿਸਆਰਡਰਸ ਹੈ ਉਹਨਾਂ ਨੂੰ ਟੱਚ ਬੇਸ ਕਰਾਂ। ਸਭ ਤੋਂ ਪਹਿਲਾਂ ਜਿਵੇਂ ਕਿ ਡਿਪਰੈਸ਼ਨ, ਜਿਹੜੇ ਸਾਈਨਸ ਜਾਂ ਸਿੰਪਟਮਸ ਡਿਪਰੈਸ਼ਨ ਕੀ ਹੁੰਦਾ ਹੈ। ਹੁਣ ਉਦਾਸੀ ਬਹੁਤ ਤਰੀਕੇ ਨਾਲ ਅਸੀਂ ਦੇਖਦੇ ਹਾਂ। ਜੇ ਕੋਈ ਇੱਕ ਦਿਨ ਥੋੜਾ ਖਾਮੋਸ਼ ਹੈ, ਦੂਜੇ ਦਿਨ ਠੀਕ ਹੋ ਗਿਆ ਔਰ ਵਾਪਸ ਬਾਉਂਸ ਬੈਕ, ਅਸੀਂ ਉਹਨੂੰ ਉਦਾਸੀ ਨਹੀਂ ਜਾਂ ਡਿਪਰੈਸ਼ਨ ਨਹੀਂ ਕਹਿੰਦੇ। ਜਦੋਂ ਇਨਸਾਨ ਬਹੁਤ ਦੇਰ ਤੋਂ ਯਾਨੀ ਕੁਝ ਵੀਕਸ ਜਾਂ ਮਹੀਨੇ ਤੱਕ ਉਹਦੇ ਸਿੰਪਟਮਸ ਚੱਲਦੇ ਜਾਣ ਔਰ ਸਿੰਪਟਮਸ ਦੇ ਵਿੱਚ ਜਿਵੇਂ ਕਿ ਉਹਦਾ ਜੋ ਚੀਜ਼ਾਂ ਉਹਨੂੰ ਪਹਿਲਾਂ ਚੰਗੀਆਂ ਲੱਗਦੀਆਂ ਸੀ ਅੱਜ ਉਹ ਨਹੀਂ ਕਰ ਰਿਹਾ, ਉਹਦੇ ਨੀਂਦ ਵਿੱਚ ਤਬਦੀਲੀ ਹੈ, ਯਾਨੀ ਘੱਟ ਸੋ ਰਿਹਾ ਹੈ, ਬਹੁਤ ਜ਼ਿਆਦਾ ਸੋ ਰਿਹਾ ਹੈ, ਖਾਣ ਵਿੱਚ ਚੇਂਜ ਹੈ ਕਿ ਜਾਂ ਤਾਂ ਬਿਲਕੁਲ ਖਾ ਨਹੀਂ ਰਹੇ ਜਾਂ ਬਹੁਤ ਜ਼ਿਆਦਾ ਖਾ ਰਹੇ ਨੇ, ਜਾਂ ਲੋਕਾਂ ਨਾਲ ਗੱਲਬਾਤ ਨਹੀਂ ਕਰ ਰਹੇ, ਜਿਵੇਂ ਜਾਂ ਸ਼ਰਾਬ ਜਾਂ ਹੋਰ ਨਸ਼ੀਲੀ ਚੀਜ਼ਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਹੋ ਰਿਹਾ ਹੈ। ਇਹ ਸਾਰੀਆਂ ਜੋ ਚੀਜ਼ਾਂ ਹੈ ਉਹ ਬਿਹੇਵੀਅਰ ਵੀ ਹੈ, ਦੂਜਿਆਂ ਨਾਲ ਕੱਟੇ ਰਹਿਣਾ, ਨੈਗੇਟਿਵ ਸੋਚ ਬਣੀ ਰਹਿਣੀ, ਤੇ ਇਹ ਜਿਹੜੇ ਨੇ ਇਹ ਕੁਝ ਮੋਟੇ ਸਿੰਪਟਮਸ ਹੈ ਡਿਪਰੈਸ਼ਨ ਦੇ। ਤੇ ਇਹਨੂੰ ਜਿਹੜਾ ਚਿੜਚਿੜਾਪਨ ਵੀ ਇੱਕ ਸਿੰਪਟਮ ਹੈ। ਇਹਨੂੰ ਡੀਲ ਕਰਨ ਲਈ ਅਸੀਂ ਬਹੁਤ ਸਾਰੇ ਜਿਹੜੇ ਹੈਗੇ ਆ, ਇਹਨੂੰ ਥੈਰੇਪੀਜ਼ ਕਹਿੰਦੇ ਆ ਅਸੀਂ, ਤਰੀਕੇ ਹੈ। ਹੁਣ ਇੱਦਾਂ ਦੇ ਜਿਹੜੇ ਲੋਕ ਕਈ ਵਾਰੀ ਉਹਨਾਂ ਦੇ ਮਨ ਵਿੱਚ ਜਿਹੜੇ ਨੈਗੇਟਿਵ ਖਿਆਲ ਨੇ ਕਿ ਮੈਂ ਕੁਝ ਨਹੀਂ ਬਣ ਸਕਦਾ, ਮੇਰਾ ਕੁਝ ਨਹੀਂ ਹੋ ਸਕਦਾ, ਮੇਰਾ ਕੀ ਕਸੂਰ ਸੀ, ਕਿ ਜਿਵੇਂ ਦਿਮਾਗ ਹੈ ਇੱਕ ਸੋਚ ਤੇ ਅਟਕ ਜਾਂਦਾ ਹੈ, ਅਸੀਂ ਉੱਪਰ ਥੱਲੇ ਉਸ ਤੋਂ ਬਾਉਂਸ ਬੈਕ ਨਹੀਂ ਹੋ ਸਕਦੇ, ਉਸ ਤੋਂ ਨਿਕਲ ਨਹੀਂ ਸਕਦੇ। ਤਾਂ ਇਹ ਇੱਕ ਉਦਾਸੀ ਦਾ ਬੜਾ ਕਾਮਨ ਜਿਹੜਾ ਸਿੰਪਟਮ ਹੈਗਾ। ਤੇ ਜੇ ਇੱਦਾਂ ਦੇ ਸਿੰਪਟਮ ਸਾਨੂੰ ਦੇਖਣ ਨੂੰ ਮਿਲ ਰਹੇ ਹੈ ਜਾਂ ਅਸੀਂ ਦੇਖ ਰਹੇ ਹਾਂ ਕਿ ਕੋਈ ਮੈਨੂੰ ਜਾਣਦਾ ਹੈ ਜਾਂ ਮੇਰੇ ਕੋਲ ਅਪਰੋਚ ਕਰ ਰਿਹਾ ਹੈ ਔਰ ਮੈਨੂੰ ਦਿਖ ਰਿਹਾ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਇਨਕਰੇਜ ਕਰੀਏ ਕਿ ਤੁਸੀਂ ਇਹਦਾ ਟ੍ਰੀਟਮੈਂਟ ਲਓ। ਅਸੀਂ ਇਹ ਨਾ ਕਹੀਏ ਕਿ ਕੁਝ ਨਹੀਂ ਹੈ, ਠੀਕ ਹੋ ਜਾਏਗਾ, ਵਧੀਆ ਖਾਣਾ ਖਾਵਾਂਗੇ, ਕਰਾਂਗੇ ਉਹ ਕਰਾਂਗੇ, ਇੱਦਾਂ ਦੇ ਕੰਮ ਹੈ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੈ ਇਹਨਾਂ ਨੂੰ ਕਰਦੇ ਅਗਰ ਡਿਲੇ ਕਰਦੇ ਜਾਂਦੇ, ਉਹ ਛੋਟੀ ਚੀਜ਼ ਜੋ ਪਹਿਲੇ ਟਾਈਮ ਸਿਰ ਪਕੜ ਵਿੱਚ ਆ ਜਾਂਦੀ ਤਾਂ ਉਹਦਾ ਇਲਾਜ ਵਧੀਆ ਹੋ ਜਾਣਾ ਸੀ। ਜਿੰਨਾ ਡਿਲੇ ਕਰਾਂਗੇ ਉਨੇ ਹੀ ਇਹ ਸਿੰਪਟਮਸ ਵੱਧਦੇ ਜਾਂਦੇ ਨੇ। ਫਿਰ ਜਿਵੇਂ ਕਿ ਥਕਾਵਟ ਰਹਿਣੀ, ਬਹੁਤ ਹੀ ਕਈ ਵਾਰੀ ਲੋਕਾਂ ਨੂੰ ਪੇਨ ਵੀ ਰਹਿੰਦੀ ਹੈ। ਤੇ ਇਹ ਜਿਹੜੇ ਕਾਮਨ ਸਿੰਪਟਮਸ ਹੈ। ਔਰ ਜਿਹੜੇ ਸਾਈਕੋਲੋਜਿਸਟ ਹੁੰਦੇ ਹੈ, ਦਵਾਈ ਜੋ ਹੈ ਡਾਕਟਰ ਦਿੰਦਾ, ਜਿਹੜੇ ਸਾਈਕੋਲੋਜਿਸਟ ਹੁੰਦੇ ਨੇ ਉਹ ਥੈਰੇਪੀ ਦੇ ਨਾਲ ਉਹ ਕੁਝ ਤਰੀਕੇ ਸਿਖਾਉਂਦੇ ਨੇ ਔਰ ਬਹੁਤ ਵਧੀਆ ਥੈਰੇਪੀਜ਼ ਹਨ ਜਿਹਦੇ ਨਾਲ ਕਿ ਅਸੀਂ ਕੁਇਕਲੀ ਬਾਉਂਸ ਬੈਕ ਹੋ ਸਕਦੇ ਹਾਂ ਇਸ ਤੋਂ। ਦੂਸਰੀ ਜਿਹੜੀ ਸਮੱਸਿਆ ਕਾਮਨ ਦੇਖਣ ਨੂੰ ਮਿਲਦੀ ਹੈ ਉਹਨੂੰ ਘਬਰਾਹਟ ਕਹਿੰਦੇ ਆ, ਐਂਗਜ਼ਾਇਟੀ। ਹੁਣ ਐਂਗਜ਼ਾਇਟੀ ਜਿਹੜੀ ਹੈ ਕਿ ਨਾਰਮਲ ਤਰੀਕੇ ਤੇ ਅਗਰ ਅਸੀਂ ਕੁਝ ਮੰਨੋ ਕਿ ਕਾਰ ਚਲਾ ਰਹੇ ਹਾਂ, ਕਾਰ ਚਲਾਉਂਦੇ ਸਾਡੇ ਪਿੱਛੇ ਕੋਈ ਦਿਖ ਰਿਹਾ ਕਿ ਬਹੁਤ ਤੇਜ਼ ਡਰਾਈਵ ਕਰਕੇ ਆ ਰਿਹਾ ਔਰ ਉਹ ਮੇਰੇ ਠੋਕੇਗਾ ਕਾਰ ਮੇਰੀ, ਤੇ ਮੈਨੂੰ ਇੱਕਦਮ ਹੜਬੜੀ ਮਚਦੀ ਔਰ ਪਿੱਛੇ ਕਾਰ ਕਰ ਲਵਾਂ। ਹੁਣ ਉਹ ਥੋੜੀ ਦੇਰ ਲਈ ਜਿਹੜੀ ਮੈਨੂੰ ਡਰ ਜਿਹਾ ਬੈਠਿਆ ਔਰ ਮੈਂ ਫਟਾਫਟ ਰਿਐਕਟ ਕੀਤਾ, ਉਹ ਸੀਗੀ ਐਡਰੇਨਾਲਿਨ। ਮੇਰੇ ਸਰੀਰ ਦੇ ਵਿੱਚ ਐਡਰੇਨਾਲਿਨ ਰਿਲੀਜ਼ ਹੋਈ। ਹੁਣ ਉਹ ਐਡਰੇਨਾਲਿਨ ਉਸ ਵਕਤ ਦੀ ਲੋੜ ਸੀ, ਉਹਨੂੰ ਅਸੀਂ ਐਂਗਜ਼ਾਇਟੀ ਨਹੀਂ ਕਹਾਂਗੇ। ਪਰ ਜੇ ਮੰਨੋ ਕਿ ਹੁਣ ਵਾਪਸ ਉਹਦੇ ਕਾਰਨ ਮੈਂ ਡਰਾਂ ਕਿ ਨਹੀਂ ਮੈਂ ਨਹੀਂ ਡਰਾਈਵ ਕਰ ਸਕਦਾ, ਇੱਦਾਂ ਹੋ ਗਿਆ ਫਿਰ ਉੱਦਾਂ ਹੋ ਗਿਆ ਫਿਰ, ਔਰ ਮੇਰੇ ਸਰੀਰ ਦੇ ਵਿੱਚ ਅਗਰ ਸਿੰਪਟਮਸ ਦਿਖ ਰਹੇ ਨੇ ਜਿਵੇਂ ਕਿ ਦਿਲ ਦੀ ਧੜਕਨ ਤੇਜ਼ ਹੋਣਾ, ਮੂੰਹ ਸੁੱਕਣਾ, ਹੱਥ ਪੈਰ ਜਿਵੇਂ ਪਸੀਨੇ ਆਣੇ, ਸ਼ੇਕ ਹੋਣਾ, ਪੇਟ ਵਿੱਚ ਹੌਲ ਪੈਣਾ, ਸਿਰ ਦਰਦ ਹੋਣੇ, ਇਹ ਸਾਰੇ ਜਿਹੜੇ ਸਿੰਪਟਮਸ ਨੇ ਇਹ ਐਂਗਜ਼ਾਇਟੀ ਦੇ, ਕਿਸੇ ਚੀਜ਼ ਨੂੰ ਕਰਨ ਲਈ ਡਰ ਲੱਗਣਾ, ਇਹ ਐਂਗਜ਼ਾਇਟੀ ਦੇ ਸਿੰਪਟਮਸ ਹੈ। ਜਦੋਂ ਇੱਦਾਂ ਦੇ ਸਿੰਪਟਮਸ ਨਜ਼ਰ ਆਉਣ ਤਾਂ ਉਹਦਾ ਟ੍ਰੀਟਮੈਂਟ ਸਾਨੂੰ ਕਰਾਉਣਾ ਜ਼ਰੂਰੀ ਹੋਏਗਾ, ਕਿਉਂਕਿ ਇਹ ਵੀ ਕਰਦੇ ਜਿਹੜੀ ਐਂਗਜ਼ਾਇਟੀ ਇੱਕ ਛੋਟੀ ਜਿਹੀ ਚੀਜ਼ ਤੋਂ ਸ਼ੁਰੂ ਹੁੰਦੀ ਹੈ, ਇਹ ਫਿਰ ਵੱਧਦੇ ਅਸੀਂ ਉਹਨੂੰ ਕਹਿੰਦੇ ਜਨਰਲਾਈਜ਼ਡ ਹੋ ਜਾਂਦੀ ਹੈ। ਉਹ ਬਾਕੀ ਚੀਜ਼ਾਂ ਵਿੱਚ ਵੀ ਦਿਖਦੀ ਹੈ ਕਿ ਮੈਂ ਤਾਂ ਖਾਲੀ ਇਹਦਾ ਡਰ ਸੀ, ਹੁਣ ਮੈਨੂੰ ਫਿਰ ਹੁਣ ਲਿਫਟ ਤੋਂ ਕਿਉਂ ਡਰ ਲੱਗ ਰਿਹਾ, ਹੁਣ ਮੈਨੂੰ ਛੋਟੀ ਜਗ੍ਹਾ 'ਚ ਬੈਠਣ ਨੂੰ ਕਿਉਂ ਡਰ ਲੱਗ ਰਿਹਾ, ਜਿਹਨੂੰ ਅਸੀਂ ਕਲੌਸਟ੍ਰੋਫੋਬੀਆ ਕਹਿੰਦੇ ਆ। ਤੇ ਇਸ ਲਈ ਇਹਦਾ ਟ੍ਰੀਟਮੈਂਟ ਜੇ ਅਸੀਂ ਟਾਈਮ ਸਿਰ ਕਰ ਲਈਏ
ਤਾਂ ਬਹੁਤ ਵਧੀਆ ਰਹੇਗਾ। ਬਿਫੋਰ ਆਈ ਮੂਵ ਇਨਟੂ ਇਹ ਕੋਵਿਡ ਦੇ ਉਹਦੇ ਰਿਲੇਟਡ ਗੱਲ ਕਰਨ ਤੋਂ ਪਹਿਲਾਂ ਜੇ ਮੈਂ ਇੱਕ ਟੌਪਿਕ ਅੱਜ ਜ਼ਰੂਰ ਆਪਣੇ ਨਾਲ ਸਾਂਝਾ ਸਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹਾਂਗੀ ਕਿ ਅੱਜ ਦੇ ਦਿਨ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਕੋਵਿਡ ਦੇ ਕਾਰਨ ਵੀ, ਹੋਰ ਕਾਰਨਾਂ ਦੇ ਕਾਰਨ ਵੀ ਐਡਿਕਸ਼ਨ ਵੱਧ ਗਈ, ਐਮਪਲੋਇਮੈਂਟ 'ਤੇ ਅਸਰ ਹੋਇਆ, ਲੋਕਾਂ ਦੀ ਜਿਹੜੀ ਅੱਜ ਆਰਥਿਕ ਜਿਹੜੀ ਹਾਲਤ ਹੈ ਉਹਦੇ 'ਤੇ ਅਸਰ ਪਿਆ। ਉਹਦੇ ਕਾਰਨ ਬਹੁਤ ਜ਼ਿਆਦਾ ਅੱਜ ਦੇ ਦਿਨ ਵਿੱਚ ਸਾਨੂੰ ਡੋਮੈਸਟਿਕ ਵਾਇਲੈਂਸ ਦੇਖਣ ਨੂੰ ਮਿਲਦੀ ਹੈ। ਪਿੱਛੇ ਹੀ ਸਿਡਨੀ ਦੇ ਵਿੱਚ ਵੀ ਇੱਕ ਕੇਸ ਹੁਣੇ ਹੀ ਹੋਇਆ, ਅਤੇ ਉਹ ਜਿਹੜਾ ਹੈਗਾ ਇੱਦਾਂ ਦੀ ਚੀਜ਼ਾਂ ਜਿਵੇਂ ਡੋਮੈਸਟਿਕ ਵਾਇਲੈਂਸ ਜੇ ਕੋਈ ਸਫਰ ਕਰ ਰਿਹਾ ਉਹਦੇ ਕਾਰਨ ਉਹਦੇ ਲਈ ਸ਼ੁਕਰ ਹੈ ਕਿ ਇਸ ਕੰਟਰੀ ਦੇ ਵਿੱਚ ਬਹੁਤ ਸਾਰੇ ਰਿਸੋਰਸਿਸ ਹੈ, ਬਹੁਤ ਹੈਲਪ ਅਵੇਲੇਬਲ ਹੈ। ਇੱਕ ਵਿਕਟਿਮ ਸਰਵਿਸਿਜ਼ ਜੋ ਹੈ ਕਿ ਹਰ ਸਟੇਟ ਦੇ ਵਿੱਚ ਐਸਟੈਬਲਿਸ਼ਡ ਹੈ। ਹੁਣ ਵਿਕਟਿਮ ਸਰਵਿਸਿਜ਼ ਨਿਊ ਸਾਊਥ ਵੇਲਜ਼ ਦੇ ਨਾਲ ਮੈਂ ਰਜਿਸਟਰਡ ਸਪੈਸ਼ਲਿਸਟ ਕਾਉਂਸਲਰ ਹਾਂ, ਅਤੇ ਜੇ ਕਿਸੇ ਨੂੰ ਇੱਦਾਂ ਹੈਲਪ ਦੀ ਲੋੜ ਹੈ, ਬਹੁਤ ਸੰਸਥਾਵਾਂ ਵੀ ਕੰਮ ਕਰ ਰਹੀਆਂ, ਨਹੀਂ ਤਾਂ ਤੁਸੀਂ ਵੈਬਸਾਈਟ ਹੈ ਵਿਕਟਿਮ ਸਰਵਿਸਿਜ਼ ਦੀ, ਔਨਲਾਈਨ ਜਾ ਕੇ ਫਾਰਮ ਫਿਲ ਕਰਕੇ ਤੁਸੀਂ ਉਹ ਫਾਰਮ ਜੋ ਹੈ ਉਹਨਾਂ ਨੂੰ ਈਮੇਲ ਕਰੋ ਜਾਂ ਬਾਏ ਪੋਸਟ ਭੇਜੋ, ਅਤੇ ਉਹ ਤੁਹਾਡੇ ਲਈ ਫ੍ਰੀ ਸੈਸ਼ਨਸ ਦੇਣਗੇ 22 ਘੰਟੇ 22 ਆਵਰਸ। ਕੋਈ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਭਾਸ਼ਾ ਸਮਝਦਾ ਹੋਈ ਸਾਈਕੋਲੋਜਿਸਟ, ਤੁਸੀਂ ਉਹ ਵੀ ਕਹਿ ਸਕਦੇ ਹੋ। ਤੁਸੀਂ ਜਾ ਕੇ ਨਹੀਂ ਕਰ ਸਕਦੇ, ਤੁਸੀਂ ਔਨਲਾਈਨ ਵੀ ਕਰ ਸਕਦੇ ਹੋ। ਅਤੇ ਕਿਉਂਕਿ ਕੀ ਹੁੰਦਾ ਹੈ ਕਿ ਜੇ ਡੋਮੈਸਟਿਕ ਵਾਇਲੈਂਸ ਦੇ ਕਾਰਨ ਇੱਕ ਟਰੋਮਾ ਜਿਹਨੂੰ ਅਸੀਂ ਸਦਮਾ ਕਹਿੰਦੇ ਹਾਂ, ਅਤੇ ਉਹ ਸਰੀਰ 'ਤੇ ਮਾਈਂਡ 'ਤੇ ਉਹਦਾ ਬਹੁਤ ਅਸਰ ਪੈਂਦਾ ਹੈ। ਫਿਰ ਕਰਦੇ ਕਰਦੇ ਅਸੀਂ ਜਿਹੜੇ ਡਿਸੀਜ਼ਨਸ ਹੈ ਉਹ ਸਹੀ ਨਹੀਂ ਬਣਾਉਂਦੇ। ਅਸੀਂ ਹਰ ਚੀਜ਼ ਤੋਂ ਇਹਨੂੰ ਉਹਦੇ ਕਾਮਨ ਸਿੰਪਟਮਸ ਹੈ ਫਲੈਸ਼ਬੈਕਸ ਆਉਣਾ, ਕਿ ਮੈਂ ਨਾ ਵੀ ਚਾਹਾਂ ਇੱਕਦਮ ਮੇਰੇ ਸਾਹਮਣੇ ਉਹ ਤਸਵੀਰ ਸਾਹਮਣੇ ਆ ਜਾਂਦੀ ਹੈ ਜੋ ਮੇਰੇ ਨਾਲ ਹੋਇਆ ਸੀ। ਸਡਨਲੀ ਮੇਰੇ ਸਰੀਰ ਰਿਐਕਟ ਕਰ ਰਿਹਾ, ਮੈਂ ਇੱਕਦਮ ਕਿਉਂ ਮੇਰੀ ਧੜਕਨ ਵੱਧ ਗਈ, ਕੋਈ ਆਇਆ ਨਹੀਂ, ਕੋਈ ਗਿਆ ਨਹੀਂ, ਮੈਂ ਇੱਕਦਮ ਡਰ ਕਿਉਂ ਰਹੀ ਹਾਂ। ਇਹ ਸਾਰੇ ਟਰੋਮਾ ਦੇ ਸਿੰਪਟਮਸ ਨੇ। ਨਾਈਟਮੇਅਰਸ ਆਉਣਾ, ਸੌਣ ਨੂੰ ਡਰ ਲੱਗਣਾ, ਅੱਖਾਂ ਬੰਦ ਕਰਾਂਗੀ ਕੁਝ ਹੋ ਨਾ ਜਾਏ, ਹਮੇਸ਼ਾ ਚੁੱਕੇ ਨਹੀਂ ਰਹਿਣਾ, ਇਹ ਸਾਰੇ ਟਰੋਮਾ ਦੇ ਸਿੰਪਟਮਸ ਨੇ। ਇਹਨੂੰ ਅਸੀਂ ਕਹਿੰਦੇ ਹਾਂ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ। ਇਹਦੇ ਲਈ ਵੀ ਅੱਜ ਦੇ ਦਿਨ ਵਿੱਚ ਬਹੁਤ ਵਧੀਆ ਤਰੀਕੇ ਜਿਹੜੇ ਨੇ ਥੈਰੇਪੀ ਦੇ ਵਿੱਚ ਵੀ ਯੂਜ਼ ਕੀਤੇ ਜਾ ਸਕਦੇ ਹੈ, ਜਿਹਦੇ ਵਿੱਚ ਸਾਨੂੰ ਬਹੁਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਅਸੀਂ ਹੈਲਪ ਕਰੀਏ ਆਪਣੇ ਕਲਾਇੰਟਸ ਦੀ। ਇੱਕ ਜਿਹੜੀ ਬਹੁਤ ਅੱਜ ਕੱਲ੍ਹ ਇਹਨੂੰ ਐਵੀਡੈਂਸ ਬੇਸਡ ਥੈਰੇਪੀ ਕਹਿੰਦੇ ਆ ਕਿ ਇਹਦਾ ਇੱਕ ਐਵੀਡੈਂਸ ਹੈ ਕਿ ਇਹ ਥੈਰੇਪੀ ਕੰਮ ਕਰਦੀ ਹੈ, ਕਿਉਂਕਿ ਮੈਡੀਕੇਅਰ ਵਿਕਟਿਮ ਸਰਵਿਸਿਜ਼ ਇੱਦਾਂ ਨਹੀਂ ਪੈਸੇ ਦਿੰਦੇ, ਉਹਨਾਂ ਨੂੰ ਪਤਾ ਹੈ ਕਿ ਇਹ ਤਰੀਕੇ ਜਿਹੜੇ ਯੂਜ਼ ਕਰ ਰਹੇ ਨੇ ਇਹ ਕੰਮ ਕਰਨਗੇ। ਅਤੇ ਬਹੁਤ ਇੱਕ ਥੈਰੇਪੀ ਜਿਹਦਾ ਨਾਮ ਮੈਂ ਦੱਸਾਂਗੀ ਕਿ ਆਈ ਮੂਵਮੈਂਟ ਡੀਸੈਂਸਿਟਾਈਜ਼ਿੰਗ ਰੀਪ੍ਰੋਸੈਸਿੰਗ, ਉਹਦੀ ਸਾਨੂੰ ਸਪੈਸ਼ਲ ਟ੍ਰੇਨਿੰਗ ਲੈਣੀ ਪੈਂਦੀ ਹੈ, ਜੋ ਕਿ ਟਰੋਮਾ ਦਾ ਬਹੁਤ ਵਧੀਆ ਟਰੀਟਮੈਂਟ ਹੈ, ਜਿਸ ਦੇ ਨਾਲ ਅਸੀਂ ਇੱਕ ਜੋ ਕਲਾਇੰਟ ਹੈ ਉਹਦੀ ਮੈਮਰੀਜ਼ ਦੇ ਨਾਲ ਕੰਮ ਕਰਦੇ ਹਾਂ, ਉਹਨਾਂ ਦਾ ਜਿਹੜਾ ਡਰ ਹੈ ਉਹਨੂੰ ਅਸੀਂ ਕੱਢਦੇ ਹਾਂ। ਅਤੇ ਇਹ ਸਾਰੀ ਹੈਲਪ ਜਿਹੜੀ ਵਿਕਟਿਮ ਸਰਵਿਸਿਜ਼ ਦੇ ਟ੍ਰੇਨ ਕਾਉਂਸਲਰ ਹੈ ਉਹ ਵੀ ਦੇ ਸਕਦੇ ਨੇ। ਹੁਣ ਮੈਂ ਜਿਹੜੀ ਗੱਲ ਕਰਨਾ ਚਾਹਾਂਗੀ ਉਹ ਹੈ ਪੋਸਟ ਕੋਵਿਡ ਜਿਹੜੀ ਅਸੀਂ ਦੇਖ ਰਹੇ ਹਾਂ, ਬਹੁਤ ਜ਼ਿਆਦਾ ਸਮੱਸਿਆਵਾਂ ਹੋਈਆਂ। ਕੁਇਕਲੀ ਟੱਚ ਕਿ ਰਿਲੇਸ਼ਨਸ਼ਿਪ ਪ੍ਰੋਬਲਮਸ, ਬਹੁਤ ਸਾਰੇ ਜਿਹੜੇ ਲੋਕ ਹੈ ਘਰੋਂ ਕੰਮ ਕਰ ਰਹੇ ਨੇ, ਉਹਦੇ ਕਾਰਨ ਬਹੁਤ ਪਰੇਸ਼ਾਨੀਆਂ ਹੋ ਰਹੀਆਂ ਹੈ, ਮੁਸ਼ਕਿਲ ਰਿਲੇਸ਼ਨਸ਼ਿਪ ਇਸ਼ੂਜ਼ ਹੋ ਰਹੇ ਹੈ। ਇਸ ਲਈ ਅਸੀਂ ਦੇਖ ਰਹੇ ਹਾਂ ਸਾਡੇ ਕੋਲ ਵੀ ਬਹੁਤ ਜ਼ਿਆਦਾ ਰੈਫਰਲਸ ਇੱਦਾਂ ਆ ਰਹੇ ਹੈ ਕਿ ਜਿਹੜੇ ਲੋਕ ਪਹਿਲੇ ਡਰਦੇ ਨਹੀਂ ਸੀ, ਪਹਿਲੇ ਘਬਰਾਉਂਦੇ ਨਹੀਂ ਸੀ, ਡਿਪਰੈਸ ਨਹੀਂ ਸੀ, ਸਡਨਲੀ ਉਹ ਦੇਖ ਰਹੇ ਹੈ ਕਿ ਅੱਜ ਦੇ ਦਿਨ ਵਿੱਚ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਅਗਰ ਕੋਵਿਡ ਦੇ ਦੌਰਾਨ ਅਸੀਂ ਦੇਖਿਆ ਕਿ ਬੜੀਆਂ ਚੀਜ਼ਾਂ ਇੱਦਾਂ ਸੀਗੀਆਂ ਜੋ ਅਸੀਂ ਸਡਨਲੀ ਰਿਅਲਾਈਜ਼ ਕੀਤਾ ਕਿ ਸਾਡੇ ਵੱਸ ਵਿੱਚ ਨਹੀਂ ਹੈ। ਨਹੀਂ ਤਾਂ ਅਸੀਂ ਕੀ ਕਰਦੇ ਸੀ, ਟਰੈਵਲ ਕਰ ਰਹੇ ਸੀ, ਜਿੱਥੇ ਦਿਲ ਕੀਤਾ ਉੱਥੇ ਗਏ, ਜਿੱਥੇ ਜੋ ਦਿਲ ਕੀਤਾ ਖਾਇਆ, ਪਰ ਸਡਨਲੀ ਅਸੀਂ ਦੇਖਿਆ ਦੈਟ ਬਹੁਤ ਹੀ ਅਸੀਂ ਲਿਮਿਟਡ ਸੀਗੇ, ਅਸੀਂ ਕੀ ਕਰ ਸਕਦੇ ਹਾਂ, ਅਸੀਂ ਬਹੁਤ ਰਿਸਟ੍ਰਿਕਟ ਹੋ ਗਏ ਸੀਗੇ। ਇਸ ਚੀਜ਼ ਦਾ ਜਿਹੜਾ ਅਸਰ ਹੈ ਲੋਕਾਂ 'ਤੇ ਬਹੁਤ ਪਿਆ। ਲੋਕੀ ਐਕਸਰਸਾਈਜ਼ ਕਰਨ ਲਈ ਵੀ ਡਰਦੇ ਸੀਗੇ, ਪਰ ਹੁਣ ਹੌਲੀ ਹੌਲੀ ਜਿਵੇਂ ਸਭ ਕੁਝ ਖੁੱਲ੍ਹ ਗਿਆ ਹੈ ਅਤੇ ਵਾਪਸ, ਪਰ ਇਹ ਦੇਖਿਆ ਜਾ ਰਿਹਾ ਹੈ ਕਿ ਹਾਲੇ ਵੀ ਕਈ ਲੋਕ ਭਾਵੇਂ ਚੀਜ਼ਾਂ ਖੁੱਲ੍ਹ ਗਈਆਂ, ਡਰ ਬਣਿਆ ਹੋਇਆ ਉਹ ਖੁੱਲ੍ਹ ਕੇ ਜਿਹੜਾ ਚੀਜ਼ਾਂ ਕਰਨੀਆਂ ਚਾਹੀਦੀਆਂ ਹੈ ਕਿ ਮਿਲਣਾ ਜੁਲਣਾ,
ਉਹ ਵੀ ਘਟਾ ਦਿੱਤਾ ਹੈ, ਜਾਂ ਐਕਸਰਸਾਈਜ਼ ਕਰਨਾ, ਜੋ ਚੀਜ਼ਾਂ ਉਹਨਾਂ ਨੂੰ ਖੁਸ਼ੀ ਦਿੰਦੀਆਂ ਸੀ, ਹੌਬੀਜ਼ ਹੈ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਘੱਟ ਕਰ ਦਿੱਤੀਆਂ। ਹੁਣ ਕਈ ਉਹਦੇ ਕਾਰਨ ਕੀ ਹੈ, ਉਦਾਸੀ ਹੋਰ ਵੱਧ ਰਹੀ ਹੈਗੀ ਹੈ, ਡਰ ਵੱਧ ਰਹੇ ਹੈ, what is called OCD, obsessive compulsive disorder ਕਹਿੰਦੇ ਹਾਂ ਅਸੀਂ। ਜੇ ਤੁਸੀਂ ਜਨਰਲੀ ਅਸੀਂ ਸੁਣਿਆ ਹੋਏਗਾ ਕਿ ਲੋਕ ਬੜੇ ਹੱਥ ਜ਼ਿਆਦਾ ਧੋਂਦੇ ਹੈ, ਚੀਜ਼ਾਂ ਬਹੁਤ ਚੈੱਕ ਚੁੱਕ ਕਰਦੇ ਹੈ, ਪਰ OCD ਖਾਲੀ ਇਹ ਨਹੀਂ ਹੁੰਦਾ ਕਿ ਹੱਥ ਜ਼ਿਆਦਾ ਧੋਂਦੇ ਨੇ, ਉਹ ਇਹ ਵੀ ਹੁੰਦਾ ਹੈ ਕਿ ਕੋਈ ਖਿਆਲ ਹੈ ਜੋ ਸਟਕ ਹੈ, ਔਰ ਉਹ ਉਸ ਤੋਂ ਮੈਂ ਬਾਰ-ਬਾਰ ਮੇਰੇ ਦਿਮਾਗ ਵਿੱਚ ਘੁੰਮੀ ਜਾ ਰਿਹਾ ਹੈ, ਜਾਂ ਮੈਂ ਇੱਕੋ ਚੀਜ਼ ਹੈ ਜੋ ਬਾਰ-ਬਾਰ ਕੰਪੈਲ ਹੋ ਰਿਹਾ ਕਿ ਮੈਂ ਇੱਦਾਂ ਹੀ ਕਰਾਂ, ਤੇ ਇਹ ਵੀ OCD ਹੈ। ਤੇ ਇਸ ਦਾ ਵੀ ਇਲਾਜ ਬਹੁਤ ਵਧੀਆ ਅੱਜ ਦੇ ਦਿਨ ਵਿੱਚ ਹੈਗਾ ਹੈ, ਤੇ ਅਸੀਂ ਜੇ ਚਾਹੀਏ ਉਹ ਥੈਰੇਪੀਜ਼ ਹੈਗੀਆਂ, ਅਸੀਂ ਉਹਨਾਂ ਦਾ ਯੂਟਿਲਾਈਜ਼ ਕਰ ਸਕਦੇ ਹਾਂ। ਹੁਣ ਜਿਹੜੀ ਮੈਂ ਗੱਲ ਕਰਾਂਗੀ ਉਹ ਹੈ ਕਿ ਕਾਮਨ ਜਿਹੜੇ ਕਿ ਮਾੜੀ ਦਿਮਾਗੀ ਸਿਹਤ ਲਈ ਆਮ ਜਿਹੜੇ ਸਿੰਪਟਮਸ ਨੇ ਉਹ ਕੀ ਨੇ, ਕਾਮਨ ਟ੍ਰਿਗਰਸ ਕੀ ਹੈ। ਤੇ ਜਿਵੇਂ ਕਿ ਇੱਕ ਤਾਂ ਚੀਜ਼ ਅਸੀਂ ਅੰਡਰਸਟੈਂਡ ਕਰੀਏ ਕਿ ਬਹੁਤ ਸਾਰੀ ਚੀਜ਼ਾਂ ਜੋ ਮੇਰੇ ਵੱਸ ਵਿੱਚ ਨਹੀਂ ਹੈ, ਉਹ ਚੀਜ਼ਾਂ ਜੋ ਮੇਰੇ ਵੱਸ ਵਿੱਚ ਨਹੀਂ ਹੈ ਉਹਨੂੰ ਮੈਨੂੰ ਐਕਸੈਪਟ ਕਰਨਾ ਪਏਗਾ। ਇਹ ਮੇਰੇ ਵੱਸ ਵਿੱਚ ਨਹੀਂ ਹੈ ਕਿ ਮੈਂ ਬਾਹਰ ਜਾਵਾਂ ਔਰ ਕੋਵਿਡ ਹੋਏ, ਪਰ ਮੇਰੇ ਵੱਸ ਵਿੱਚ ਕੀ ਹੈ, ਮੇਰੇ ਵੱਸ ਵਿੱਚ ਹੈ ਕਿ ਮੈਂ ਵੈਕਸੀਨੇਸ਼ਨ ਲਗਾਵਾਂ, ਮੇਰੇ ਵੱਸ ਵਿੱਚ ਹੈ ਕਿ ਮੈਂ ਹਾਈਜੀਨ ਯੂਜ਼ ਕਰਾਂ, ਮਾਸਕ ਪਾਵਾਂ, ਉਹ ਮੇਰੇ ਵੱਸ ਵਿੱਚ ਹੈ। ਤੇ ਜੋ ਮੇਰੇ ਵੱਸ ਵਿੱਚ ਹੈ ਮੈਂ ਉਸ ਤੇ ਫੋਕਸ ਕਰਾਂ, ਨਾ ਕਿ ਜੋ ਮੇਰੇ ਵੱਸ ਵਿੱਚ ਨਹੀਂ ਹੈ। ਤੇ ਔਰ ਜਿਹੜਾ ਰਹਿਣ ਸਹਿਣ ਅਸੀਂ ਟੱਚ ਕਰ ਚੁੱਕੇ ਹਾਂ ਕਿ ਬਹੁਤ ਕੁਛ ਬਦਲ ਗਿਆ ਹੈ, ਇਸ ਕਾਰਨ ਲੋਕਾਂ ਨੇ ਸੋਸ਼ਲਾਈਜ਼ ਨਹੀਂ ਕਰ ਪਾਏ, ਦੇ ਆਰ ਪ੍ਰੀਟੀ ਮਚ ਉਹ ਡਿਸਕਨੈਕਟ ਹੋ ਚੁੱਕੇ ਹੈ, ਬਾਕੀ ਲੋਕ ਨਾਲ ਮਿਲਣਾ ਜੁਲਣਾ ਘੱਟ ਗਿਆ, ਹੁਣ ਫਰੈਂਡ ਸਰਕਲ ਨਹੀਂ ਹੈਗਾ। ਤੇ ਇਹ ਸਾਰੇ ਹੁਣ ਟ੍ਰਿਗਰਸ ਨੇ, ਪਰ ਇਹਦਾ ਇਹੀ ਹੋਏਗਾ ਕਿ ਵਾਪਸ ਅਸੀਂ ਹੌਲੀ ਹੌਲੀ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰੀਏ। ਹੁਣ ਬੜੇ ਲੋਕ ਹੈ ਜਿਹੜੇ ਕਿ ਜਿਹੜੀ ਰਿਐਲਿਟੀ ਹੈ ਕਿ ਅਸੀਂ ਨਹੀਂ ਮੰਨਦੇ ਕਿ ਇਦਾਂ ਹੋ ਰਿਹਾ ਹੈ, ਜਾਂ ਇਹ ਜਿਹੜੇ ਰੂਲਸ ਨਹੀਂ ਮੰਨਣੇ, ਜਾਂ ਜਿਹੜੇ ਉਸ ਤੇ ਜੋ ਹੈ ਕਿ ਉਸ ਚੀਜ਼ ਨੂੰ ਐਕਸੈਪਟ ਕਰਕੇ ਅੱਗੇ ਮੂਵ ਔਨ ਨਹੀਂ ਹੋ ਪਾ ਰਹੇ, ਉਹਦੇ ਕਾਰਨ ਕਿ ਉਹ ਫਿਰ ਜ਼ਿਆਦਾ ਉਦਾਸ ਰਹਿਣਗੇ। ਹੁਣ ਜਿਹਨੇ ਐਕਸੈਪਟ ਕਰ ਲਿਆ, ਮੰਨ ਲਿਆ ਕਿ ਇਦਾਂ ਦੀ ਸਿਚੁਏਸ਼ਨ ਹੈ, ਤੇ ਉਹ ਕੁਇਕਲੀ ਕੁਝ ਕਰੇਗਾ, ਉਹਦਾ ਇਲਾਜ ਕਰੇਗਾ। ਐਕਸੈਪਟੈਂਸ ਜਿਹੜੀ ਹੈਗਾ ਕਿ ਮੰਨ ਲੈਣਾ ਕਿ ਇਹ ਚੀਜ਼ ਰੀਅਲ ਹੈ, ਇਹ ਹੋ ਰਹੀ ਹੈ, ਇਹ ਹੁਣ ਰਹੇਗੀ, ਇਦਾਂ ਹੈਗੀ ਹੈ ਇਹ ਚੀਜ਼, ਨੂੰ ਮੈਨੂੰ ਮੰਨ ਲੈਣਾ ਚਾਹੀਦਾ। ਤੇ ਜਦੋਂ ਇਹ ਮੰਨਦੇ ਹਾਂ ਤਾਂ ਹੀ ਉਹਦੇ ਅਰਾਊਂਡ ਜੋ ਵੀ ਕਰਨਾ ਸਾਡੇ ਵੱਸ ਵਿੱਚ ਹੈ ਅਸੀਂ ਕਰ ਸਕਦੇ ਹਾਂ। ਹੁਣ ਬਹੁਤ ਮੈਨੂੰ ਇਹ ਵੀ ਕਿਹਾ ਗਿਆ ਕਿ ਅਸੀਂ ਥੋੜਾ ਪੈਰੈਂਟਿੰਗ ਤੇ ਕਿ ਕੋਵਿਡ ਦੇ ਦੌਰਾਨ ਪੈਰੈਂਟਿੰਗ ਇੱਕ ਬਹੁਤ ਜ਼ਿਆਦਾ ਇਸ਼ੂ ਬਣ ਗਿਆ ਸੀਗਾ, ਕਿ ਲੋਕਾਂ ਨੂੰ ਬੜੀ ਮੁਸ਼ਕਿਲ ਹੋ ਰਹੀ ਸੀ ਕਿ ਕਿਵੇਂ ਕਰਨਾ ਹੈ, ਘਰੋਂ ਪੜ੍ਹਾਉਣਾ ਹੈ। ਹੁਣ ਲੱਕੀਲੀ ਸਕੂਲਸ ਤਾਂ ਖੁੱਲ੍ਹ ਗਏ ਨੇ, ਪਰ ਹਾਲੇ ਵੀ ਅਸੀਂ ਦੇਖਿਆ ਜਾ ਰਿਹਾ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਡਿਊ ਟੂ ਆਨਲਾਈਨ ਪੜ੍ਹਦੇ ਹੋਏ ਉਹਨਾਂ ਨੂੰ ਥੋੜਾ ਜਿਹੜੀ ਇਹ ਐਡਿਕਸ਼ਨ, ਸਕਰੀਨ ਐਡਿਕਸ਼ਨ ਦੇਖੀ ਜਾ ਰਹੀ ਹੈ, ਉਹਦੇ ਕਾਰਨ ਬਹੁਤ ਜ਼ਿਆਦਾ ਬਿਹੇਵੀਅਰਲ ਇਸ਼ੂਜ਼ ਬੱਚਿਆਂ ਵਿੱਚ ਦੇਖੇ ਜਾ ਰਹੇ ਹਨ, ਕਿ ਉਹ ਬਹੁਤ ਜ਼ਿਆਦਾ ਜਿਹਨੂੰ ਅਸੀਂ ਕਹਿੰਦੇ ਹਾਂ ਆਪੋਜੀਸ਼ਨਲ ਟੈਂਡੈਂਸੀ, ਕਿ ਜੋ ਅਸੀਂ ਚਾਹੁੰਦੇ ਹਾਂ ਉਹਦਾ ਉਲਟਾ ਕਰਦੇ ਨੇ। ਤੇ ਜਿਵੇਂ ਅਸੀਂ ਕਹਿੰਦੇ ਕਿ ਵਾਪਸ ਜਵਾਬ ਦੇਤਾ, ਜਾਂ ਗੱਲ ਨਹੀਂ ਮੰਨ ਰਹੇ, ਜਾਂ ਗੱਲ ਨਹੀਂ ਸੁਣਦੇ, ਤੇ ਉਹਦੇ ਲਈ ਬਹੁਤ ਜ਼ਰੂਰਤ ਹੈ ਅਸੀਂ ਬਜਾਏ ਕਿ ਬਹੁਤ ਜ਼ਿਆਦਾ ਹੁਕਮ ਚਲਾਨ, ਜਿਹਨੂੰ ਅਥੋਰੀਟੇਟਿਵ ਸਟਾਈਲ ਹੈ ਉਹ ਨਾ ਯੂਜ਼ ਕਰਦੇ ਹੋਏ ਅਸੀਂ ਇੱਕ ਪੋਜ਼ਿਟਿਵ ਪੈਰੈਂਟਿੰਗ ਦੇ ਤਰੀਕੇ ਜਿਹੜੇ ਨੇ ਉਹ ਯੂਜ਼ ਕਰੀਏ। ਪੋਜ਼ਿਟਿਵ ਪੈਰੈਂਟਿੰਗ ਦਾ ਮਤਲਬ ਕਿ ਜਨਰਲੀ ਕੀ ਹੁੰਦਾ, ਜੇ ਬੱਚਾ ਕੁਝ ਗਲਤ ਕਰ ਰਿਹਾ ਅਸੀਂ ਫਟਾਫਟ ਕਹਿੰਦੇ ਇਹ ਕੀ ਕਰ ਰਿਹਾ ਤੂੰ, ਇਹ ਕੀ ਕਰ ਰਿਹਾ। ਹੁਣ ਜਿਹੜੀ ਲਰਨਿੰਗ ਥਿਓਰੀ ਹੈ ਉਸ ਦੇ ਹਿਸਾਬ ਨਾਲ ਜੇ ਦੇਖਿਆ ਜਾਏ, ਤੇ ਜਦੋਂ ਅਸੀਂ ਇਹ ਕਹਿ ਰਹੇ ਹਾਂ ਤੇ ਬੱਚੇ ਨੇ ਉਸ ਤੋਂ ਕੀ ਸਿੱਖਿਆ, ਜੇ ਜਾ ਕੇ ਮੈਂ ਡਾਂਟ ਮਾਰਤੀ ਇਹ ਕੀ ਕਰਦਾ ਤੂੰ, ਤੇ ਬੇਸਿਕਲੀ ਜੇ ਉਹ ਬੱਚਾ ਦੁਬਾਰਾ ਉਹੀ ਚੀਜ਼ ਕਰਦਾ ਹੈ ਤੇ ਉਹਨੇ ਕੁਝ ਨਹੀਂ ਸਿੱਖਿਆ। ਉਹ ਕੀ ਇੱਕ ਰਿਵਾਰਡ ਸੀਗਾ ਉਹਦੇ ਲਈ, ਜਾਂ ਉਹਦੇ ਲਈ ਕੋਈ ਪਨਿਸ਼ਮੈਂਟ ਸੀਗੀ, ਤਾਂ ਐਕਚੁਅਲੀ ਉਹ ਪਨਿਸ਼ਮੈਂਟ ਵੀ ਨਹੀਂ ਬਣੀ, ਉਹ ਇੱਕ ਰਿਵਾਰਡ ਹੀ ਮਿਲ ਗਿਆ, ਕਿਉਂਕਿ ਉਹ ਤੁਹਾਡਾ ਬਿਹੇਵੀਅਰ ਬਾਰ-ਬਾਰ ਹੋ ਰਿਹਾ। ਪੋਜ਼ਿਟਿਵ ਪੈਰੈਂਟਿੰਗ ਵਿੱਚ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਬੱਚਾ ਜਿਹੜੀ ਚੰਗੀ ਚੀਜ਼ ਕਰ ਰਿਹਾ ਅਸੀਂ ਉਸ ਤੇ ਫੋਕਸ ਕਰਦੇ ਹਾਂ, ਅਸੀਂ ਉਸ ਤੇ ਧਿਆਨ ਕਰਦੇ ਹਾਂ, ਨਾ ਕਿ ਜਿਹੜੀ ਗਲਤ ਚੀਜ਼ ਕਰ ਰਿਹਾ। ਹਾਂ, ਕਈ ਵਾਰੀ ਬੱਚਾ ਗਲਤ ਚੀਜ਼ ਕਰਦਾ ਹੈ, ਹਰ ਚੀਜ਼ ਇਗਨੋਰ ਨਹੀਂ ਕਰ ਸਕਦੇ, ਤੇ ਉਹਦੀ ਵੀ ਡਿਗਰੀਜ਼ ਹੈ। ਕੀ ਮੈਂ ਇਗਨੋਰ ਕਰ ਸਕਦਾ, ਕੀ ਮੈਂ ਪਿਆਰ ਨਾਲ ਬੋਲ ਕੇ ਬੋਲਾਂ ਕਿ ਬੱਚੇ ਇਹ ਕੀ ਹੋ ਰਿਹਾ,
ਇਦਾਂ ਕਰ ਲਈਏ। ਉਹ ਕਾਮਲੀ, ਕੈਨ ਆਈ ਟੈਲ them ਕਾਮਲੀ, ਸ਼ਾਂਤੀ ਨਾਲ। ਤੀਸਰੀ ਚੀਜ਼ ਜਿਹੜਾ ਲੈਵਲ ਹੁੰਦਾ ਹੈ ਕਿ ਅਸੀਂ ਯੂਜ਼ ਕਰਦੇ ਹਾਂ ਟੈਕਨੀਕ ਜਿਹਨੂੰ ਕਹਿੰਦੇ ਟਾਈਮ ਆਊਟ, ਟਾਈਮ ਇਨ। ਟਾਈਮ ਆਊਟ ਅਸੀਂ ਯੂਜਲੀ ਕਹਿੰਦੇ ਆ ਕਿ ਜਾ ਕੋਨੇ ਤੇ ਬੈਠ ਜਾ, ਬਟ ਦੈਟ ਇਜ਼ ਨਾਟ ਗੋਇੰਗ ਟੂ ਵਰਕ ਅਸੀਂ ਅਗਰ ਟਾਈਮ ਇਨ ਨਹੀਂ ਯੂਜ਼ ਕਰਾਂਗੇ। ਹੁਣ ਅਗਰ ਕੋਈ ਡਿਟੇਲ ਵਿੱਚ ਜਾਣਾ ਚਾਹੁੰਦਾ ਹੈ, ਉਹਦੇ ਲਈ ਤੁਹਾਨੂੰ ਪੋਜ਼ਿਟਿਵ ਪੈਰੈਂਟਿੰਗ ਦੇ ਪ੍ਰੋਗਰਾਮਸ ਕਰਨੇ ਪੈਣਗੇ ਜਾਂ ਕਿਸੇ ਸਾਈਕੋਲੋਜਿਸਟ ਜੋ ਟ੍ਰੇਨ ਹੈ ਉਹਦੇ ਕੋਲ ਜਾਓ। ਚੌਥਾ ਜਿਹੜਾ ਉਹਦੀ ਸਟੇਜ ਹੁੰਦੀ ਹੈ, ਅਗਰ ਟਾਈਮ ਆਊਟ ਟਾਈਮ ਇਨ ਨਾ ਕੰਮ ਕਰੇ, ਫਿਰ ਅਸੀਂ ਯੂਜ਼ ਕਰਦੇ ਹਾਂ ਵਾਟ ਇਜ਼ ਕੋਲਡ ਕੰਸੀਕੁਐਂਸਸ, ਕਿ ਜਿਹੜਾ ਪੋਜ਼ਿਟਿਵ ਬਿਹੇਵੀਅਰ ਹੈ ਉਹਨੂੰ ਅਸੀਂ ਪੋਜ਼ਿਟਿਵਲੀ ਰਿਵਾਰਡ ਕਰੀਏ, ਨੈਗੇਟਿਵ ਬਿਹੇਵੀਅਰ ਨੂੰ ਅਸੀਂ ਜਾਂ ਇਗਨੋਰ ਕਰੀਏ ਜਾਂ ਸ਼ਾਂਤੀ ਨਾਲ ਦੱਸੀਏ ਜਾਂ ਟਾਈਮ ਆਊਟ ਟਾਈਮ ਇਨ ਜਾਂ ਕੰਸੀਕੁਐਂਸ ਯੂਜ਼ ਕਰੀਏ। ਦੈਟ ਇਜ਼ ਸਮਥਿੰਗ ਵੀ ਨੀਡ ਟੂ ਯੂਜ਼, ਕਿਉਂਕਿ ਬੱਚੇ ਜਿਹੜੇ ਆ ਜੇ ਅਸੀਂ ਉਹਨਾਂ ਨੂੰ ਪੋਜ਼ਿਟਿਵਲੀ ਡੀਲ ਕਰਾਂਗੇ ਤਾਂ ਯੂ ਵਿਲ ਸੀ ਹਾਊ ਦੇ ਵਿਲ ਸ਼ਾਈਨ। ਜਿਹੜਾ ਕਨੈਕਸ਼ਨ ਹੈ, ਅਸੀਂ ਰੋਬ ਝਾੜਨ ਦੇ ਬਜਾਏ ਅਗਰ ਪਿਆਰ ਨਾਲ ਇੱਦਾਂ ਇੱਕ ਰਿਸਪੈਕਟ ਵਾਲਾ ਕਨੈਕਸ਼ਨ ਬਣਾਉਂਦੇ ਹਾਂ, ਉਹਦਾ ਜਿਹੜਾ ਬੱਚੇ ਦੀ ਦਿਮਾਗੀ ਸਿਹਤ ਤੇ ਵੀ ਬੜਾ ਅੱਛਾ ਅਸਰ ਪੈਂਦਾ ਹੈ। ਹੁਣ ਜਿਹੜੀ ਇਸ ਸਿਚੁਏਸ਼ਨ ਦੇ ਵਿੱਚ ਇੰਪੋਰਟੈਂਟ ਹੈ ਕਿ ਅਸੀਂ ਆਪਣੀ ਮੈਂਟਲ ਹੈਲਥ ਨੂੰ ਅੱਜ ਦੇ ਦਿਨ ਵਿੱਚ ਥੋੜੀ ਰਿਸਟ੍ਰਿਕਸ਼ਨਸ ਹੈਗੀਆਂ, ਥੋੜਾ ਅਸੀਂ ਖੁਦ ਹੀ ਹੈਜ਼ਿਟੇਟ ਕਰ ਰਹੇ ਹਾਂ, ਨੰਬਰਸ ਇੰਕਰੀਜ਼ ਹੋ ਰਹੇ ਆ, ਹਸਪੀਟਲਾਈਜੇਸ਼ਨ ਇੰਕਰੀਜ਼ ਹੋ ਰਹੀ ਹੈ ਕੋਵਿਡ ਦੇ ਕਾਰਨ, ਪਰ ਫਿਰ ਵੀ ਅਸੀਂ ਬਹੁਤ ਸਾਰੀ ਚੀਜ਼ਾਂ ਕਿ ਜੋ ਅਸੀਂ ਕਰ ਸਕਦੇ ਹਾਂ। ਅਸੀਂ ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਨਿਊਰੋ ਟ੍ਰਾਂਸਮਿਟਰਸ ਹੁੰਦੇ ਆ, ਜਿਹਨੂੰ ਕੈਮੀਕਲਸ ਅਸੀਂ ਕਹਿੰਦੇ ਆ, ਜਿਨ੍ਹਾਂ ਦਾ ਕੰਮ ਹੈ ਕਿ ਦਿਮਾਗ ਦੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਮੈਸੇਜ ਕਨਵੇ ਕਰਨਾ। ਹੁਣ ਇਹ ਬੜੇ ਸਾਰੇ ਜਿਹੜੇ ਨਿਊਰੋ ਟ੍ਰਾਂਸਮਿਟਰਸ ਹੈ, ਉਹਨਾਂ ਦੇ ਨਾਮ ਮੈਂ ਕੁਇਕਲੀ ਲਾਂਗੀ। ਸੀਰੋਟੋਨਿਨ, ਡੋਪਾਮਾइन, ਐਡਰੇਨਾਲਿਨ, ਨੋਰਐਡਰੇਨਾਲਿਨ, ਆਕਸੀਟੋਸਿਨ, ਮੈਲਾਟੋਨਿਨ। ਹੁਣ ਜਿਹੜਾ ਸੀਰੋਟੋਨਿਨ ਹੈ ਉਹਦਾ ਹਰ ਇੱਕ ਨਿਊਰੋ ਟ੍ਰਾਂਸਮਿਟਰ ਦਾ ਆਪਣਾ ਫੰਕਸ਼ਨ ਹੈ। ਸੀਰੋਟੋਨਿਨ ਜਿਹੜਾ ਹੈਗਾ ਉਹ ਮੂਡ, ਸਾਡੀ ਨੀਂਦ, ਸਾਡੀ ਭੁੱਖ ਵਿੱਚ, ਸੈਲਫ ਅਸਟੀਮ ਦੇ ਵਿੱਚ, ਇਹਦੇ ਵਿੱਚ ਹੈਲਪ ਕਰਦਾ। ਹੁਣ ਜੋ ਉਹ ਮਿਲਦਾ ਕਿੱਥੋਂ ਹੈ? ਉਹ ਮਿਲਦਾ ਹੈ ਕਿ ਜੇ ਮੈਂ ਉਹ ਕੰਮ ਕਰਾਂ ਜਿਹੜੇ ਕਿ ਮੇਰੇ ਮਨ ਨੂੰ ਖੁਸ਼ ਕਰਦੇ ਹੈ ਜਾਂ ਮੇਰੀ ਜ਼ਿੰਦਗੀ ਨੂੰ ਮਾਇਨੇ ਦਿੰਦੇ ਹੈ। ਹੁਣ ਸੋਚੋ ਕੋਵਿਡ ਵਿੱਚ ਅਸੀਂ ਸਭ ਕੁਝ ਠੱਪ ਕਰਕੇ ਬੈਠ ਗਏ ਸੀ, ਤੇ ਜਦੋਂ ਉਹ ਨਹੀਂ ਹੋ ਰਿਹਾ ਸੀ ਸਾਨੂੰ ਉਹਦੀ ਪ੍ਰੋਡਕਸ਼ਨ ਨਹੀਂ ਮਿਲ ਰਹੀ ਸੀ। ਨਾਲੇ ਹੈਲਦੀ ਬੈਲੈਂਸ ਜਿਹੜਾ ਖਾਣਾ ਹੈ ਉਹ ਖਾ ਕੇ ਵੀ ਸੀਰੋਟੋਨਿਨ ਮਿਲਦਾ ਹੈ, ਕਿਉਂਕਿ ਸਮ ਆਫ ਦ ਫੂਡਸ, ਕੁਝ ਖਾਣੇ ਜਿਹੜੇ ਹੈ ਉਹਦੇ ਵਿੱਚ ਇਦਾਂ ਦੇ ਜਿਹੜੇ ਐਲੀਮੈਂਟਸ ਹੁੰਦੇ ਜੋ ਕਿ ਸੀਰੋਟੋਨਿਨ ਵਿੱਚ ਹੈਲਪ ਕਰਦੇ ਆ। ਔਰ ਸਾਡਾ ਜਿਹੜਾ ਪੇਟ ਹੈ, 95% ਜਿਹੜਾ ਸੀਰੋਟੋਨਿਨ ਹੈ ਸਾਡੇ ਪੇਟ ਵਿੱਚ ਪ੍ਰੋਸੈਸ ਹੁੰਦਾ ਹੈ। ਤੇ ਉਹ ਕਿੱਦਾਂ ਅਸੀਂ ਕਰ ਸਕਦੇ ਹਾਂ? ਯਾਨੀ ਕਿ ਹੈਲਦੀ ਖਾਣਾ ਖਾਣਾ, ਦੂਜਾ ਉਹ ਕੰਮ ਕਰਨੇ ਜਿਹੜੇ ਕਿ ਮੈਨੂੰ ਮਨ ਨੂੰ ਖੁਸ਼ੀ ਦਿੰਦੇ ਆ, ਤੀਜਾ ਕਿ ਫਿਜ਼ੀਕਲ ਐਕਟੀਵਿਟੀ ਹੈ ਜਿਹੜੀ, ਜਦੋਂ ਅਸੀਂ ਆਪਣੀ ਬਾਡੀ ਦੀ ਮੂਵਮੈਂਟ ਕਰਦੇ ਹਾਂ ਤੇ ਉਹਦੇ ਨਾਲ ਸਾਡਾ ਬ੍ਰੇਨ ਆਟੋਮੈਟਿਕਲੀ ਇਹ ਐਂਟੀ ਡਿਪਰੈਸੈਂਟਸ ਜਿਹੜੇ ਸੀਰੋਟੋਨਿਨ ਇਹ ਰਿਲੀਜ਼ ਕਰਦਾ ਹੈ, ਐਂਡੋਰਫਿਨਸ ਰਿਲੀਜ਼ ਕਰਦਾ ਹੈ ਜੋ ਮਨ ਨੂੰ ਖੁਸ਼ੀ ਦਿੰਦੇ ਨੇ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਇੱਕ ਇਹ ਚੀਜ਼ਾਂ ਮੇਰੇ ਬਸ ਵਿੱਚ ਨੇ ਤੇ ਉਹ ਚੀਜ਼ਾਂ ਅਸੀਂ ਜ਼ਰੂਰ ਕਰੀਏ। ਤੇ ਆਪਣੀ ਨੀਂਦ, ਬੜਾ ਦੇਖਿਆ ਗਿਆ ਕਿ ਲੋਕ ਜਿਹੜੇ ਘਰੋਂ ਕੰਮ ਕਰ ਰਹੇ ਨੇ ਉਹਨਾਂ ਦਾ ਫਿਰ ਸੌਣ ਦਾ, ਉੱਠਣ ਦਾ ਜਿਹੜਾ ਹੈ ਨਾ, ਜਿਹੜਾ ਟਾਈਮ ਹੈ ਉਹ ਥੋੜਾ ਗੜਬੜ ਹੋ ਗਿਆ ਹੈ। ਤਾਂ ਇਟ ਇਜ਼ ਇੰਪੋਰਟੈਂਟ, ਇੱਕ ਮੈਲਾਟੋਨਿਨ ਜੋ ਹੈਗੀ ਹੈ ਉਹ ਇੱਕ ਸਾਡੇ ਬਾਡੀ ਦੇ ਵਿੱਚ ਜਿਵੇਂ ਇੱਕ ਕਲੌਕ ਹੈ, ਜੋ ਸਾਨੂੰ ਅਸੀਂ ਅਲਾਰਮ ਨਾ ਵੀ ਲਗਾਈਏ ਤਾਂ ਵੀ ਅਸੀਂ ਉਸੇ ਟਾਈਮ ਤੇ ਉੱਠਾਂਗੇ। ਉਹ ਤਾਂ ਹੀ ਹੋਏਗਾ ਜੇ ਮੈਲਾਟੋਨਿਨ ਦਾ ਲੈਵਲ ਸਹੀ ਰਹੇਗਾ। ਤੇ ਇਸ ਲਈ ਇਟਸ ਇੰਪੋਰਟੈਂਟ ਕਿ ਅਸੀਂ ਜਿਹੜਾ ਸਲੀਪ ਦਾ ਹਾਈਜੀਨ ਹੈ ਕਿ ਟਾਈਮ ਸੌਣ ਦਾ, ਉੱਠਣ ਦਾ, ਐਟਲੀਸਟ 8 ਘੰਟੇ, 6 ਤੋਂ 8 ਘੰਟੇ ਆਪਣੀ ਨੀਂਦ ਜ਼ਰੂਰ ਪੂਰੀ ਕਰੀਏ। ਕਿਉਂਕਿ ਜਦੋਂ ਅਸੀਂ ਸੌ ਰਹੇ ਹੁੰਦੇ ਹਾਂ ਤੇ ਅਸੀਂ ਬਹੁਤ ਜ਼ਿਆਦਾ ਜੋ ਦਿਨ ਵਿੱਚ ਹੋਇਆ ਉਹਨੂੰ ਪ੍ਰੋਸੈਸ ਕਰ ਰਹੇ ਹੁੰਦਾ, ਸਾਡੀ ਬਾਡੀ ਜਿਹੜੀ ਹੈ ਉਹ ਰਿਪੇਅਰ ਹੋ ਰਹੀ ਹੁੰਦੀ ਹੈ। ਤੇ ਜਿਉਂ ਅਸੀਂ ਆਪਣੀ ਘੱਟ ਨੀਂਦ ਕਰਦੇ ਹਾਂ ਉਹ ਵੀ ਕਰਦੇ ਕਰਦੇ ਸਾਡੀ ਐਕਿਊਮੂਲੇਟ ਹੁੰਦੀ ਹੈ, ਸਾਨੂੰ ਜ਼ਿਆਦਾ ਘਬਰਾਹਟ ਹੋ ਸਕਦੀ ਹੈ, ਅਸੀਂ ਥੱਕੇ ਥੱਕੇ ਰਹਿੰਦੇ ਹਾਂ, ਸਾਨੂੰ ਹੈਡੇਕਸ ਹੋ ਸਕਦੇ ਆ। ਤੇ ਇਹ ਚੀਜ਼ਾਂ ਜ਼ਰੂਰੀ ਨੇ। ਹੁਣ ਅਚੀਵਮੈਂਟ, ਇੱਕ ਜਿਹੜਾ ਡੋਪਾਮਾइन ਹੈ ਉਹ ਮੂਡ, ਮੋਟੀਵੇਸ਼ਨ, ਮੈਮਰੀ ਦੇ ਵਿੱਚ ਕੰਮ ਕਰਦਾ। ਹੁਣ ਜੇ ਮੈਂ ਬਹੁਤ ਵੱਡੇ ਵੱਡੇ ਗੋਲਸ ਰੱਖਾਂਗੇ, ਮੈਂ ਤਾਂ ਪਤਾ ਨਹੀਂ ਕੀ ਕਰ ਲੈਣਾ, ਇੱਦਾਂ ਕਰਾਂਗਾ, ਉੱਦਾਂ ਕਰਾਂਗਾ, ਤੇ ਉਹ ਜੇ ਅਪਰੋਚੇਬਲ ਉਹ ਜਿਹੜੇ ਗੋਲਸ ਹੈ ਮੇਰੇ ਬਸ ਦੇ ਨਾ ਹੋਣ, ਬਹੁਤ ਵੱਡੇ ਗੋਲਸ ਨੇ, ਤਾਂ ਮੈਨੂੰ ਫਿਰ ਡੋਪਾਮਾइन ਨਹੀਂ ਮਿਲੇਗਾ। ਤਾਂ ਜ਼ਰੂਰੀ ਹੈ ਕਿ ਅਸੀਂ ਛੋਟੇ ਛੋਟੇ ਗੋਲਸ ਆਪਣੇ ਲਈ ਜ਼ਰੂਰ ਰੱਖੀਏ ਕਿ ਜੇ ਯੂਨੀ ਸਟੂਡੈਂਟਸ ਨੇ, ਇੰਸਟੈਡ ਆਫ ਥਿੰਕਿੰਗ ਕਿ ਮੈਂ ਹਫਤੇ ਦੇ ਵਿੱਚ ਪੂਰੀ ਬੁੱਕ ਖਤਮ ਕਰ ਲਾਂਗਾ, ਇਫ ਵੀ ਸੇ ਓਕੇ
ਕਿ ਲੈਟ ਮੀ ਫਿਨਿਸ਼ 1 ਚੈਪਟਰ ਬਾਈ ਦਿਸ ਡੇਟ। ਛੋਟੇ-ਛੋਟੇ ਗੋਲਸ ਰੱਖਣੇ, ਉਹ ਗੋਲਸ ਖਾਲੀ ਪੜ੍ਹਾਈ ਨੂੰ ਨਾ ਲੈ ਕੇ ਹੋਰ ਵੀ ਗੋਲਸ, ਜੇ ਅਸੀਂ ਹੌਬੀਜ਼ ਹੈ ਉਹਦੇ ਲਈ ਵੀ ਅਸੀਂ ਗੋਲਸ ਰੱਖੀਏ, ਤਾਂ ਕੀ ਹੈ ਕਿ ਅਸੀਂ ਇਹ ਸਾਰੇ ਨਿਊਰੋਟ੍ਰਾਂਸਮਿਟਰਸ ਨੂੰ ਇੱਕ ਬੈਲੈਂਸ ਕਰਕੇ ਰੱਖ ਪਾਵਾਂਗੇ। ਤੇ ਹੋਰ ਇੱਕ ਬਹੁਤ ਇੰਪੋਰਟੈਂਟ ਨਿਊਰੋਟ੍ਰਾਂਸਮਿਟਰ ਜਿਹਨੂੰ ਅਸੀਂ ਆਕਸੀਟੋਸਿਨ ਕਹਿੰਦੇ ਹਾਂ, ਅਸੀਂ ਉਹਨੂੰ ਇੱਕ ਲਵ ਹਾਰਮੋਨ ਵੀ ਕਹਿੰਦੇ ਹਾਂ, ਕਿ ਜਦੋਂ ਸਾਨੂੰ ਬਹੁਤ ਪਿਆਰ ਮਿਲਦਾ ਹੈ ਤਾਂ ਸਾਡਾ ਬ੍ਰੇਨ ਆਟੋਮੈਟਿਕਲੀ ਆਕਸੀਟੋਸਿਨ ਰਿਲੀਜ਼ ਕਰਦਾ ਹੈ। ਜਿਵੇਂ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਜਦੋਂ ਗੋਦੀ 'ਚ ਲੈਂਦੀ ਹੈ ਤਾਂ ਬੱਚੇ ਔਰ ਮਾਂ ਦੇ ਦਿਮਾਗ ਦੇ ਵਿੱਚ ਉਹ ਆਕਸੀਟੋਸਿਨ ਉਹ ਰਿਲੀਜ਼ ਹੁੰਦਾ ਹੈ, ਉਹਦੇ ਨਾਲ ਉਹਨਾਂ ਦੀ ਅਟੈਚਮੈਂਟ, ਕਨੈਕਸ਼ਨ ਬਣਦਾ। ਹੁਣ ਇਹ ਵੀ ਦੇਖਿਆ ਗਿਆ ਕਿਉਂਕਿ ਕੋਵਿਡ ਦੇ ਵਿੱਚ ਜਦੋਂ ਅਸੀਂ ਇੱਕ ਦੂਜੇ ਨੂੰ ਨਹੀਂ ਮਿਲ ਪਾ ਰਹੇ ਸੀ, ਸਾਨੂੰ ਆਕਸੀਟੋਸਿਨ ਦੀ ਬੜੀ ਕਮੀ ਹੋਈ। ਪਰ ਜਦ ਹੁਣ ਅਸੀਂ ਕਰ ਪਾ ਰਹੇ ਹਾਂ ਤੇ ਅਸੀਂ ਹੌਲੀ-ਹੌਲੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਵਾਪਸ ਉਹ ਕਨੈਕਸ਼ਨਸ ਹੈ ਉਹ ਐਸਟੈਬਲਿਸ਼ ਕਰਨੇ ਹੈ, ਕਿ ਮਿਲਣਾ ਜੁਲਣਾ ਕਰਾਂਗੇ ਤਾਂ ਕਿਉਂਕਿ ਹਰ ਇੱਕ ਖੁਰਾਕ ਹੈ ਸਾਡੀ, ਅਸੀਂ ਖਾਲੀ ਕਹੀਏ ਕਿ ਮੈਂ ਖਾਲੀ ਇੱਕ ਤਰੀਕੇ ਦਾ ਹੀ ਖਾਵਾਂਗਾ ਤਾਂ ਮੈਨੂੰ ਸਾਰੇ ਜਿਹੜੇ ਸਪਲੀਮੈਂਟਸ ਹੈ ਚੀਜ਼ਾਂ ਨਹੀਂ ਮਿਲਣਗੀਆਂ, ਮੈਨੂੰ ਇਹ ਸਾਰੀ ਚੀਜ਼ਾਂ ਕਰਨੀਆਂ ਪੈਣਗੀਆਂ ਕਿਉਂਕਿ ਇਹਨਾਂ ਦਾ ਆਪਣਾ ਆਪਣਾ ਖਾਣਾ ਹੈ। ਤੇ ਬ੍ਰੌਡਲੀ ਅਗਰ ਦੇਖਿਆ ਜਾਏ ਤੇ ਅਸੀਂ ਇਹ 4 ਚੀਜ਼ਾਂ ਕਿ ਐਕਟੀਵਿਟੀ ਦੇ ਵਿੱਚ ਬੋਡੀ ਕੇਅਰ, ਆਪਣੀ ਸਰੀਰ ਦਾ ਖਿਆਲ ਕਰਨਾ, ਅਚੀਵਮੈਂਟ ਜੋ ਕਿ ਸਾਨੂੰ ਕੰਮ ਤੋਂ ਕਰਦੇ ਕੰਮ ਜੋ ਕਰਦੇ ਨੇ ਉਹ ਵੀ ਅਚੀਵਮੈਂਟ ਹੈ, ਉਹ ਵੀ ਬਹੁਤ ਇੰਪੋਰਟੈਂਟ ਹੈ, ਜੇ ਉਹ ਨਹੀਂ ਕਰਨ ਤਾਂ ਬਾਕੀ ਦੇ ਕੰਮ ਨਹੀਂ ਕਰ ਪਾਉਣਗੇ। ਦੂਸਰਾ ਸਟੱਡੀਜ਼, ਫਿਰ ਕਨੈਕਸ਼ਨ ਵਿਦ ਅਦਰਸ ਕਿ ਜਿਹਦੇ ਵਿੱਚ ਹੋ ਗਿਆ ਪਰਿਵਾਰ ਜਾਂ ਫਰੈਂਡਸ ਜਾਂ ਕਮਿਊਨਿਟੀ ਦੇ ਵਿੱਚ ਵੀ ਮਿਲ ਕੇ ਅਸੀਂ ਵੋਲੰਟੀਅਰ ਕਰਦੇ ਹਾਂ, ਇਵੈਂਟਸ ਕਰਦੇ ਹਾਂ, ਇੱਕ ਦੂਜੇ ਦੀ ਹੈਲਪ ਕਰਦੇ ਹਾਂ, ਉਹ ਵੀ ਇੱਕ ਕਿਸਮ ਦਾ ਸਾਨੂੰ ਆਕਸੀਟੋਸਿਨ ਸਪਲਾਈ ਕਰਦਾ ਹੈ। ਹੁਣ ਇੰਜੋਇਮੈਂਟ ਸਾਨੂੰ ਸੀਰੋਟੋਨਿਨ ਦਿੰਦਾ ਹੈ ਔਰ ਪਰਪਸਫੁਲ ਐਕਟੀਵਿਟੀਜ਼ ਜੇ ਅਸੀਂ ਉਹਨਾਂ 'ਚ ਇੰਡਲਜ ਹੁੰਦੇ ਹਾਂ ਉਹਦੇ ਤੋਂ ਵੀ ਸਾਨੂੰ ਸੀਰੋਟੋਨਿਨ ਮਿਲਦਾ ਹੈ। ਹੁਣ ਇਹ ਨਹੀਂ ਹੈ ਕਿ ਮੈਂ ਮਹੀਨੇ ਬਾਅਦ ਕਰਾਂਗੀ ਤਾਂ ਫਿਰ ਮੈਨੂੰ ਮਹੀਨੇ ਬਾਅਦ ਹੀ ਸਪਲਾਈ ਮਿਲੇਗੀ। ਇਹ ਚੀਜ਼ਾਂ ਲਗਾਤਾਰ ਹੋਣੀਆਂ ਚਾਹੀਦੀਆਂ। ਹੁਣ ਬ੍ਰੌਡਲੀ ਜੇ ਕੋਈ ਮੈਂਟਲ ਹੈਲਥ ਤੋਂ ਆਪਣੇ ਬਿਮਾਰੀ ਤੋਂ ਅਗਰ ਜੂਝ ਰਿਹਾ, ਉਹਦੇ ਕੁਛ ਸਿੰਪਟਮਸ ਹੋਣਗੇ ਜੋ ਕਿ ਸਾਨੂੰ ਦੇਖਣ ਨੂੰ ਮਿਲਣਗੇ। ਜੇ ਅਸੀਂ ਫੀਲ ਕਰ ਰਹੇ ਹਾਂ ਕਿ ਅਸੀਂ ਬਹੁਤ ਸਟਰਗਲ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਕੁਝ ਕਰੀਏ ਫਿਰ ਵੀ ਖੁਸ਼ ਨਹੀਂ ਹੋ ਪਾ ਰਹੇ ਔਰ ਇਹ ਲਗਾਤਾਰ ਚੱਲੀ ਜਾ ਰਿਹਾ ਹੈ, ਅਸੀਂ ਹੌਲੀ-ਹੌਲੀ ਲੋਕਾਂ ਤੋਂ ਡਿਸਕਨੈਕਟ ਹੋ ਰਹੇ ਹਾਂ, ਅਸੀਂ ਥਕੇ ਰਹਿੰਦੇ ਹਾਂ, ਅਸੀਂ ਅਵੋਇਡ ਕਰ ਰਹੇ ਹਾਂ ਕਿਤੇ ਆਣਾ ਜਾਣਾ, ਸਾਡੀ ਨੀਂਦ ਵੀ ਸਹੀ ਨਹੀਂ ਹੈ। ਕੁਛ ਜਿਹੜੇ ਸਿੰਪਟਮਸ ਹੁੰਦੇ ਹਨ ਅਸੀਂ ਉਹਨੂੰ ਕਹਿੰਦੇ ਹਾਂ ਸਾਈਕੋਸੋਮੈਟਿਕ ਸਿੰਪਟਮਸ। ਸਾਈਕੋਸੋਮੈਟਿਕ ਦਾ ਮਤਲਬ ਕਿ ਕਾਰਨ ਹੈ ਦਿਮਾਗ, ਸਾਈਕੋਲੋਜੀਕਲ, ਤੇ ਸਿੰਪਟਮ ਸਰੀਰ ਵਿੱਚ ਨਜ਼ਰ ਆ ਰਹੇ ਨੇ। ਹੁਣ ਇੱਦਾਂ ਦੇ ਵੀ ਅਗਰ ਚੀਜ਼ਾਂ ਹੋ ਰਹੀਆਂ ਹੈ ਜਾਂ ਪੇਟ ਦੀਆਂ ਸਮੱਸਿਆਵਾਂ ਜਿਹਨੂੰ ਅਸੀਂ ਕਹਿੰਦੇ ਹਾਂ ਇਰੀਟੇਬਲ ਬਾਉਲ ਸਿੰਡਰੋਮ, ਮਾਈਗ੍ਰੇਨਸ, ਇੱਦਾਂ ਦੀਆਂ ਚੀਜ਼ਾਂ ਵੀ ਅਗਰ ਹੋ ਰਹੀਆਂ ਹੈ, ਇਹ ਸਾਰੇ ਸਿੰਪਟਮਸ ਹੈ ਔਰ ਇਹ ਚੱਲੀ ਜਾ ਰਹੇ ਹੈ, ਤਾਂ ਤੁਸੀਂ ਪਲੀਜ਼ ਆਪਣੇ GP ਨੂੰ ਅਪਰੋਚ ਕਰੋ, ਉਹਨਾਂ ਨੂੰ ਮਿਲ ਕੇ ਤੁਸੀਂ ਇਹਨਾਂ ਚੀਜ਼ਾਂ ਲਈ ਹੈਲਪ ਲੈ ਸਕਦੇ ਹੋ। ਤੇ GP ਕੀ ਕਰਦੇ ਨੇ, ਕਿਉਂਕਿ ਅਗਰ ਹਫਤੇ ਤੋਂ ਉੱਪਰ ਇਹ ਸਿੰਪਟਮਸ ਹੋ ਗਏ ਨੇ, ਤੁਸੀਂ ਪਲੀਜ਼ ਹੈਲਪ ਜ਼ਰੂਰ ਲਓ ਕਿਉਂਕਿ ਅਸੀਂ ਇਹ ਚੀਜ਼ ਨੂੰ ਇਹਨੂੰ ਛੋਟਾ ਨਾ ਸਮਝੀਏ ਕਿਉਂਕਿ ਬਹੁਤ ਜ਼ਰੂਰਤ ਹੈ। ਸਾਡੀ ਜਿਹੜੀ ਕਮਿਊਨਿਟੀ ਹੈ ਬੜੀ ਮਿਹਨਤੀ ਕਮਿਊਨਿਟੀ ਹੈ, ਪਰ ਅਸੀਂ ਕਹਿੰਦੇ ਆ ਨਾ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਫਾਈਟ ਹੀ ਕਰਦੇ ਜਾਵਾਂਗੇ, ਕੋਈ ਨਹੀਂ ਅਸੀਂ ਕਰ ਲਾਂਗੇ, ਹੋ ਜਾਏਗਾ, ਆਪੇ ਹੋ ਜਾਏਗਾ। ਤੇ ਜੇ ਸਾਡੀ ਲੱਤ ਟੁੱਟ ਜਾਏ, ਅਸੀਂ ਨਹੀਂ ਕਹਿੰਦੇ ਕਿ ਆਪੇ ਜੁੜ ਜਾਏਗੀ, ਅਸੀਂ ਫਟਾਫਟ ਜਾਂਦੇ ਹਾਂ, ਸਕੈਨ ਕਰਾਉਂਦੇ ਹਾਂ, ਸਭ ਕੁਝ ਕਰਦੇ ਹਾਂ, ਸਰਜਰੀ ਤੋਂ ਲੋੜ ਹੈ ਸਰਜਰੀ ਵੀ ਕਰਦੇ ਹਾਂ। ਪਰ ਜੇ ਦਿਮਾਗ ਵਿੱਚ ਅਗਰ ਕੋਈ ਇੱਦਾਂ ਦੀ ਚੀਜ਼ਾਂ ਹੋ ਗਈਆਂ, ਅਸੀਂ ਉਹਨੂੰ ਕਿਵੇਂ ਐਕਸਪੈਕਟ ਕਰ ਸਕਦੇ ਹਾਂ ਆਪੇ ਠੀਕ ਹੋ ਜਾਏਗਾ। ਜੇ ਹਫਤੇ ਤੱਕ ਇਹ ਚੀਜ਼ਾਂ ਆਪੇ ਨਹੀਂ ਠੀਕ ਹੋ ਰਹੀਆਂ, ਵੀ ਹੈਵ ਟੂ ਗੋ, ਸਾਨੂੰ ਹੈਲਪ ਲੈਣੀ ਚਾਹੀਦੀ ਹੈ ਕਿਉਂਕਿ ਇਹੀ ਜਿਹੜੇ ਮੈਂਟਲ ਪ੍ਰੋਫੈਸ਼ਨਲਸ ਨੇ, ਇਹੀ ਉਹਨਾਂ ਦਾ ਰੋਲ ਹੈ। ਤੇ ਜਿਹੜੇ ਪ੍ਰੋਫੈਸ਼ਨਲਸ ਹੈ ਉਹ ਕਿੱਦਾਂ ਹੈਲਪ ਕਰਦੇ ਆ, ਉਹ ਬਹੁਤ ਐਕਸਪੀਰੀਅੰਸਡ ਹੁੰਦੇ ਆ, ਸੋ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ, ਉਹ ਪੂਰੇ ਉਹ ਟੈਸਟ ਕਰਨਗੇ, ਸਿੰਪਟਮਸ ਨੂੰ ਦੇਖਣਗੇ, ਤੁਹਾਨੂੰ ਦੱਸਣਗੇ ਕਿ ਇਹ ਚੀਜ਼ ਹੋ ਰਹੀ ਹੈ, ਤੁਹਾਡੇ ਨਾਲ ਪੁੱਛਣਗੇ ਤੁਹਾਡੇ ਗੋਲਸ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਉਸ ਗੋਲਸ ਤੇ ਉਹ ਤੁਹਾਨੂੰ ਤਰੀਕੇ ਦੱਸਣਗੇ, ਥੈਰੇਪੀਜ਼ ਦੱਸਣਗੇ, ਜਿਹਦੇ ਨਾਲ ਕਿ ਅਸੀਂ ਇਹ ਚੀਜ਼ਾਂ ਨੂੰ ਐਂਡ ਅੱਜ ਵੀ ਮੇਰੇ ਕੋਲ ਇੱਕ ਕਲਾਇੰਟ ਆਏ, ਉਹ ਕਹਿੰਦੇ ਨੇ ਕਿ ਕੋਈ ਨਹੀਂ ਐਡਵਾਈਸ ਤਾਂ ਮੇਰੇ ਪੇਰੈਂਟਸ ਵੀ ਦੇ ਦੇਣਗੇ,
ਹੁਣ ਇਹ ਐਡਵਾਈਸ ਉਹ ਜਿਹੜੇ ਇੰਨੀ ਡਿਗਰੀਜ਼ ਲੈ ਕੇ ਪੜ੍ਹੇ ਹੈ ਉਹਦੇ ਵਿੱਚ ਫਰਕ ਹੈ। ਤਾਂ ਪਲੀਜ਼ ਅਸੀਂ ਉਹ ਪ੍ਰੋਫੈਸ਼ਨਲਸ ਦੀ ਰਿਸਪੈਕਟ ਬਣਾਉਂਦੇ ਹੋਏ ਉਹਨਾਂ ਨੇ ਕੁਝ ਤਾਂ ਸਿੱਖਿਆ ਹੋਏਗਾ, ਜਾ ਕੇ ਇੱਕ ਜਿਹੜੀ ਸਹੀ ਸਹਾਇਤਾ ਹੈਗੀ ਹੈ ਅਸੀਂ ਜ਼ਰੂਰ ਲਈਏ। ਦੈਟ ਇਜ਼ ਸੋ ਵੈਰੀ ਇੰਪੋਰਟੈਂਟ, ਕਿਉਂਕਿ ਅਸੀਂ ਨਹੀਂ ਤਾਂ ਕੀ ਹੁੰਦਾ ਹੈ, ਅਸੀਂ ਇਹੀ ਚੀਜ਼ਾਂ ਲਈ ਜਿਵੇਂ ਕਿ ਐਡਿਕਸ਼ਨਸ ਵਗੈਰਾ ਵਿੱਚ ਕਈ ਵਾਰੀ ਅਸੀਂ ਜ਼ਿਆਦਾ ਚੀਜ਼ਾਂ ਕ੍ਰੇਵਿੰਗਸ ਵਗੈਰਾ ਵੀ ਇਸ ਲਈ ਹੋ ਰਹੀਆਂ ਕਿ ਜਿਹੜਾ ਸੀਰੋਟੋਨਿਨ ਤੁਸੀਂ ਸਹੀ ਤਰੀਕੇ ਨਾਲ ਨਹੀਂ ਠੀਕ ਕਰ ਪਾ ਰਹੇ ਨਾ, ਤਾਂ ਫਿਰ ਤੁਸੀਂ ਉਹ ਜ਼ਿਆਦਾ ਖਾ ਕੇ ਬੋਡੀ ਨੇ ਤਾਂ ਆਪਣੀ ਬੈਲੈਂਸ ਬਣਾ ਕੇ ਰੱਖਣਾ ਹੈ, ਉਹ ਇਸ ਤਰੀਕੇ ਨਾਲ ਕਰ ਰਿਹਾ। ਹੁਣ ਇੱਦਾਂ ਕਰਾਂਗੇ ਤਾਂ ਉਹਦੇ ਹੋਰ ਹੈਲਥ ਦੇ ਇਸ਼ੂਜ਼ ਆ ਜਾਣਗੇ। ਤਾਂ ਈਟਿੰਗ ਡਿਸਆਰਡਰਸ ਬਹੁਤ ਜ਼ਿਆਦਾ ਇੱਦਾਂ ਦੀਆਂ ਸਮੱਸਿਆਵਾਂ ਹੈ ਜੋ ਕਿ ਵੱਧਦੀਆਂ ਜਾਣਗੀਆਂ ਸਮੇਂ-ਸਮੇਂ 'ਤੇ। ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਬਿਨਾਂ ਝਿਜਕੇ ਆਪਣੀ ਇਹ ਹੈਲਪ ਜ਼ਰੂਰ ਲਈਏ। ਅੱਜ ਦੇ ਦਿਨ ਵਿੱਚ ਇਹ ਹੈਲਪ ਅਵੇਲੇਬਲ ਹੈ। ਮੈਡੀਕੇਅਰ ਦੇ ਥਰੂ ਤੁਹਾਨੂੰ ਜੀਪੀ ਮੈਂਟਲ ਹੈਲਥ ਪਲਾਨ ਬਣਾ ਕੇ ਦੇਗਾ ਜਦੋਂ ਤੁਸੀਂ ਜੀਪੀ ਕੋਲ ਜਾਓਗੇ। ਜਦੋਂ ਤੁਸੀਂ ਜੀਪੀ ਕੋਲ ਜਾਓਗੇ, ਉਹਨਾਂ ਨੂੰ ਦੱਸੋਗੇ, ਉਹ ਪੂਰਾ ਕਰਕੇ ਮੈਂਟਲ ਹੈਲਥ ਪਲਾਨ ਬਣਾਉਣਗੇ ਔਰ ਕੁਛ ਨੰਬਰਸ ਦੇਣਗੇ। ਤੁਸੀਂ ਆਪੇ ਵੀ ਸਰਚ ਕਰ ਸਕਦੇ ਹੋ ਜੋ ਤੁਹਾਡੀ ਜ਼ਰੂਰਤ ਹੈ ਉਸ ਦੇ ਹਿਸਾਬ ਨਾਲ, ਅਤੇ ਤੁਸੀਂ ਉਹਨਾਂ ਨਾਲ ਫਿਰ ਅਪੁਆਇੰਟਮੈਂਟ ਲਓਗੇ। ਹੁਣ ਇਸ ਤੋਂ ਇਲਾਵਾ ਇਹ ਕੁਛ ਮੇਰੀ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, MHFA ਦੀ ਵੀ ਹੈਲਪਲਾਈਨ ਅਵੇਲੇਬਲ ਹੈ। ਹੁਣ MHFA ਦੇ ਕੁਛ ਵਰਚੁਅਲ ਹਬਸ ਵੀ ਖੋਲ੍ਹੇ ਹੋਏ ਹੈ ਮੈਂਟਲ ਹੈਲਥ ਦੇ। ਉਹ ਫ੍ਰੀ ਆਫ ਕਾਸਟ ਹੈ, ਬਟ ਆਈ ਥਿੰਕ ਯੂ ਨੀਡ ਅ ਮੈਂਟਲ ਹੈਲਥ ਪਲਾਨ ਫॉर दैट। ਮੈਲਬਨ ਦੇ ਵਿੱਚ ਉਹ ਖੁੱਲ੍ਹ ਚੁੱਕੇ ਨੇ ਅੱਜ ਦੇ ਦਿਨ ਵਿੱਚ। ਪਲੀਜ਼ ਤੁਸੀਂ ਯੂਟੀਲਾਈਜ਼ ਕਰ ਸਕਦੇ ਹੋ ਸਰਵਿਸ। ਹੁਣ ਕੁਛ ਹੋਰ ਵੀ ਹੈਲਪਲਾਈਨਸ ਹੈ, MHFA ਹੈਲਪਲਾਈਨ, ਲਾਈਫਲਾਈਨ, ਸੁਸਾਈਡ ਲਾਈਨ, ਸੁਸਾਈਡ ਕਾਲ ਬੈਕ। ਇਹ ਜਿਹੜੀਆਂ ਹੈਲਪਲਾਈਨਸ ਨੇ ਇਹਨਾਂ ਨੂੰ ਤੁਸੀਂ ਕਾਲ ਕਰਕੇ ਵੀ ਹੈਲਪ ਲੈ ਸਕਦੇ ਹੋ। ਮੈਂ ਵਿਕਟਿਮ ਸਰਵਿਸਿਜ਼ ਬਾਰੇ ਵੀ ਦੱਸਿਆ ਸੀ। ਵਿਕਟਿਮ ਸਰਵਿਸਿਜ਼ ਆਸਟ੍ਰੇਲੀਆ ਦੇ ਹਰ ਸਟੇਟ ਦੇ ਵਿੱਚ ਅਵੇਲੇਬਲ ਹੈ। ਤੁਸੀਂ ਗੂਗਲ ਕਰਕੇ ਵੈਬਸਾਈਟ 'ਤੇ ਜਾ ਕੇ ਫਾਰਮ ਡਾਊਨਲੋਡ ਕਰਕੇ ਫਿਲ ਕਰਕੇ ਉਹ ਵੀ ਕਰ ਸਕਦੇ ਹੋ। ਵਿਕਟਿਮ ਸਰਵਿਸਿਜ਼ ਖਾਲੀ ਉਹਨਾਂ ਲਈ ਹੈ ਜਿਹੜੇ ਕਿ ਕਿਸੇ ਵੀ ਕੋਈ ਕ੍ਰਿਮੀਨਲ ਉਹਨਾਂ ਨਾਲ ਕੋਈ ਘਟਨਾ ਹੋਈ ਹੈ, ਉਹਦੇ ਕਾਰਨ ਕਿਸੇ ਨੇ ਕੋਈ ਮਾਰਿਆ ਹੈ, ਕਿਸੇ ਨੇ ਕੁਛ ਅਟੈਕ ਕੀਤਾ ਹੈ, ਕੋਈ ਫਿਜ਼ੀਕਲ ਅਸੌਲਟ ਹੋਈ ਹੈ ਜਾਂ ਡੋਮੈਸਟਿਕ ਵਾਇਲੈਂਸ ਹੋਈ ਹੈ। ਥੋੜ੍ਹਾ ਜਿਹਾ ਡੋਮੈਸਟਿਕ ਵਾਇਲੈਂਸ ਦੇ ਬਾਰੇ ਮੈਂ ਗੱਲ ਕਰਾਂਗੀ ਕਿ ਡੋਮੈਸਟਿਕ ਵਾਇਲੈਂਸ ਅਸੀਂ ਸੋਚਦੇ ਹਾਂ ਕਿ ਜੇ ਕਿਸੇ ਨੇ ਮਾਰਤਾ ਜਾਂ ਚਾਕੂ ਮਾਰਿਆ, ਕੁਛ ਕੀਤਾ, ਖਾਲੀ ਉਹ ਡੋਮੈਸਟਿਕ ਵਾਇਲੈਂਸ ਹੈ। ਡੋਮੈਸਟਿਕ ਵਾਇਲੈਂਸ ਇਹ ਖਾਲੀ ਇਹ ਨਹੀਂ ਹੈ। ਡੋਮੈਸਟਿਕ ਵਾਇਲੈਂਸ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਫਿਜ਼ੀਕਲ ਦੇ ਨਾਲ ਨਾਲ ਵਰਬਲ, ਇਮੋਸ਼ਨਲ, ਸੋਸ਼ਲ, ਫਾਈਨੈਂਸ਼ੀਅਲ, ਸੈਕਸੁਅਲ, ਯਾਨੀ ਪੈਸਾ ਵੀ ਕੋਈ ਕੰਟਰੋਲ ਕਰਨਾ ਨਾ, ਜਾਂ ਮਿਲਣ ਨਹੀਂ ਦੇਣਾ, ਕੰਟਰੋਲ ਫੈਕਟਰ, ਇਮੋਸ਼ਨਲ ਥੱਲੇ ਲਾਣਾ, ਗੱਲਾਂ ਇੱਦਾਂ ਦੀਆਂ ਕਹਿਣੀਆਂ, ਕਿਸੇ ਨੂੰ ਹਰਟ ਕਰਨਾ, ਉਹਦੀ ਤਾਕਤ ਬਿਲਕੁਲ ਲੈ ਲੈਣੀ ਉਹਦੇ ਤੋਂ, ਕੋਈ ਉਹਨਾਂ ਨੂੰ ਰਾਈਟਸ ਨਹੀਂ ਦੇਣੇ। ਇਹ ਸਾਰੇ ਵੀ, ਔਰ ਗੁੱਸਾ ਦਿਖਾਣਾ, ਚੀਜ਼ਾਂ ਪਟਕ ਬੇਸ਼ੱਕ ਕਿਸੇ ਨੂੰ ਲੱਗੀ ਨਹੀਂ, ਇਹ ਐਗਰੈਸ਼ਨ ਹੈ। ਆਸਟ੍ਰੇਲੀਆ ਦੇ ਵਿੱਚ ਇਹ ਚੀਜ਼ ਬਿਲਕੁਲ ਇਹ ਲਾਅ ਹੈਗਾ ਕਿ ਇਹਨੂੰ ਅਸੀਂ ਇੱਕ ਕ੍ਰਿਮੀਨਲ ਅਫੈਂਸ ਮੰਨਦੇ ਹਾਂ। ਇਹ ਡੋਮੈਸਟਿਕ ਵਾਇਲੈਂਸ ਹੈ ਜੋ ਚੀਜ਼ਾਂ, ਕਿਉਂਕਿ ਮੈਂ ਇੰਡੀਆ ਦੇ ਵਿੱਚ ਵੀ ਇੱਕ ਵੋਲੰਟਰੀ ਐਕਸ਼ਨ ਬਿਊਰੋ ਦੇ ਵਿੱਚ ਫੈਮਿਲੀ ਕਾਉਂਸਲਿੰਗ ਸੈਂਟਰਸ ਚੱਲਦੇ ਸੀ, ਉੱਥੇ ਕਾਉਂਸਲਰ ਸੀ। ਇੰਡੀਆ ਦੇ ਡਿਫਰੈਂਟ ਰੂਲਸ ਨੇ, ਆਸਟ੍ਰੇਲੀਆ ਦੇ ਡਿਫਰੈਂਟ ਰੂਲਸ ਨੇ। ਬਹੁਤ ਇੰਪੋਰਟੈਂਟ ਹੈ ਸਾਨੂੰ ਨਾ ਕਿ ਅਸੀਂ ਖੁਦ ਐਜੂਕੇਟ ਹੋਏ, ਦੂਜੇ ਸਾਡੇ ਭੈਣ ਭਰਾਵਾਂ ਨੂੰ ਵੀ ਐਜੂਕੇਟ ਕਰੀਏ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ, ਕਿਉਂਕਿ ਅਗਰ ਕਿਸੇ ਨੇ ਪੀ ਕੇ ਅਗਰ ਕਿਸੇ ਨੂੰ ਕੁਝ ਕਹਿਤਾ, ਇਵਨ ਦੈਟ ਇਜ਼ ਅ ਕ੍ਰਿਮੀਨਲ ਅਫੈਂਸ। ਸੋ ਵੀ ਨੀਡ, ਇਹ ਚੀਜ਼ਾਂ ਸਾਨੂੰ ਬਹੁਤ ਧਿਆਨ ਰੱਖਣਾ ਪਏਗਾ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉਸ ਦੇਸ਼ ਦਾ ਅਸੀਂ ਲਾਅ ਸਮਝੀਏ ਔਰ ਉਹਦੀ ਰਿਸਪੈਕਟ ਕਰੀਏ। ਅਤੇ ਜਿਹੜੀ ਹੈਲਪ ਸਾਨੂੰ ਮਿਲਦੀ ਹੈ, ਬਜਾਏ ਕਿ ਅਸੀਂ ਚੀਜ਼ਾਂ ਨੂੰ ਡਿਲੇ ਕਰਦੇ ਜਾਈਏ, ਅਸੀਂ ਇਹ ਸੋਚੀਏ ਕੋਈ ਨਹੀਂ ਆਪੇ ਠੀਕ ਹੋ ਜਾਏਗਾ, ਇਹ ਕੋਈ ਤਰੀਕਾ ਨਹੀਂ ਹੈ। ਅਸੀਂ ਕੋਸ਼ਿਸ਼ ਕਰੀਏ ਕਿ ਜੇ ਕੋਈ ਸਾਡੇ ਕੋਲ ਆਉਂਦਾ ਵੀ ਹੈ, ਉਹਨੂੰ ਬਜਾਏ ਇਹ ਕਹਿੰਦੇ ਕਿ ਕੋਈ ਨਹੀਂ ਤੂੰ ਰਹਿਣ ਦੇ, ਆਪੇ ਠੀਕ ਹੋ ਜਾਏਗਾ, ਅਸੀਂ ਉਹਨੂੰ ਸਹੀ ਤਰੀਕੇ ਦੀ ਹੈਲਪ ਕਰੀਏ, ਉਹਨੂੰ ਸੁਣੀਏ, ਉਹਨੂੰ ਇਹ ਜਿਹੜੀ ਹੈਲਪਲਾਈਨਸ ਹੈ ਉਹਨਾਂ ਦੇ ਬਾਰੇ ਦੱਸ ਸਕਦੇ ਹਾਂ। ਮੈਂਟਲ ਹੈਲਥ ਫਾਊਂਡੇਸ਼ਨ ਦੀ ਹੈਲਪਲਾਈਨ ਹੈ, ਜਿਹੜੇ ਹਬਸ ਚੱਲ ਰਹੇ ਨੇ ਉਹਨਾਂ ਬਾਰੇ ਦੱਸ ਸਕਦੇ ਹਾਂ, ਔਰ ਉਹਨਾਂ ਨੂੰ ਡਿਸਕਰੇਜ ਨਾ ਕਰੀਏ, ਕਿਉਂਕਿ ਕਿਸੇ ਲਈ ਹੈਲਪ ਮੰਗਣਾ ਕੋਈ ਆਸਾਨ ਕੰਮ ਨਹੀਂ ਹੈ। ਤਾਂ ਇਹ ਸ਼ਬਦਾਂ ਦੇ ਨਾਲ ਹੀ ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ, ਅਤੇ ਜੇ ਕਿਸੇ ਨੂੰ ਕੋਈ ਕੁਐਸਚਨਸ ਹੋਣ ਤਾਂ ਪਲੀਜ਼ ਫੀਲ ਫਰੀ ਟੂ ਆਸਕ। ਕਰਨ ਜੀ, ਓਵਰ ਟੂ ਯੂ।
ਗੁਰਪ੍ਰੀਤ ਜੀ ਥੈਂਕ ਯੂ ਸੋ ਮਚ। ਮੈਂ ਹੱਥ ਜੋੜ ਕੇ ਲਿਟਰਲੀ ਤੁਹਾਡਾ ਥੈਂਕ ਯੂ ਕਰਦਾ ਕਿਉਂਕਿ ਇਸ ਵਕਤ ਸਾਡੀ ਕਮਿਊਨਿਟੀ ਨੂੰ ਬਹੁਤ ਲੋੜ ਹੈ ਔਰ ਤੁਸੀਂ ਬੜੇ ਸੋਹਣੇ ਸੁਚੱਜੇ ਤਰੀਕੇ ਨਾਲ ਬੜੀ ਸਿੰਪਲ ਲੈਂਗੁਏਜ ਦੇ ਵਿੱਚ ਜਿਹੜੇ ਐਵਰੀਡੇ ਵਰਡਸ ਹਨ ਸਾਰਿਆਂ ਨੂੰ ਸਮਝਾ ਦਿੱਤਾ ਹੈ ਕਿਉਂਕਿ ਇਹ ਗੱਲਾਂ ਸਾਡੇ ਕਲਚਰ ਦੇ ਵਿੱਚ ਇਸ ਟੌਪਿਕ ਨੂੰ ਅਸੀਂ ਡਿਸਕਸ ਨਹੀਂ ਕਰਦੇ। ਅਸੀਂ ਇਹਨੂੰ ਬੜਾ ਟੈਬੂ ਟੌਪਿਕ ਜਿਹਨੂੰ ਕਹਿੰਦੇ ਆ ਕਿ ਵੀ ਨਹੀਂ ਇਹ ਕੁਝ ਨਹੀਂ ਹੁੰਦਾ ਇਹਨੂੰ ਮੱਟੀ ਪਾਓ ਬ੍ਰਸ਼ ਇਟ ਅੰਡਰ ਦ ਕਾਰਪੇਟ ਕਰਦੇ ਆ। ਇਹ ਗੱਲਾਂ ਕਰਨ ਵਾਲੀਆਂ ਹਨ ਕਿਉਂਕਿ ਫਿਰ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕਈਆਂ ਨੂੰ ਵਿਚਾਰਿਆਂ ਨੂੰ ਫੈਮਿਲੀ ਸਪੋਰਟ ਨਹੀਂ ਹੈ, ਕਹਿਣ ਨੂੰ ਤਾਂ ਉਹ ਕਹਿ ਦਿੰਦੇ ਨੇ ਕਿ ਅਸੀਂ ਆਪਣੇ ਮਾਪਿਆਂ ਕੋਲੋਂ ਲੈ ਲੈਂਦੇ ਐਡਵਾਈਸ, ਬਟ ਕਈ ਚੀਜ਼ਾਂ ਪ੍ਰੋਫੈਸ਼ਨਲ ਇੱਕ ਹੈਲਥ ਸਰਵਿਸਿਜ਼ ਵਾਲਾ ਹੀ ਪ੍ਰੋਵਾਈਡ ਕਰ ਸਕਦਾ ਹੈ। ਔਰ ਆਸਟ੍ਰੇਲੀਆ ਜੈਸੀ ਕੰਟਰੀ ਦੇ ਵਿੱਚ ਜਿੱਥੇ ਸਾਡੇ ਕੋਲ ਮੈਡੀਕੇਅਰ ਔਰ ਇਨੀ ਸਹੂਲਤਾਂ ਹਨ, ਉੱਥੇ ਹੁੰਦੇ ਸੌਂਦਿਆਂ ਸਾਡੀ ਕਮਿਊਨਿਟੀ ਕਈ ਵਾਰੀ ਉਹਦਾ ਪੂਰਾ ਫਾਇਦਾ ਨਹੀਂ ਉਠਾ ਪਾਉਂਦੀ, ਕਈ ਪੂਰੇ ਬੈਨੀਫਿਟ ਨਹੀਂ ਲੈ ਪਾਉਂਦੇ। ਤੇ ਇਹ ਜਿਹੜਾ ਹੈ ਮੈਂ ਉਮੀਦ ਕਰਨਾ ਹਾਂ ਕਿ ਤੁਹਾਡੀ ਇਸ ਪ੍ਰੈਜੈਂਟੇਸ਼ਨ ਤੋਂ ਬਾਅਦ ਜਿਹਨੇ ਜੋ ਲੋਕ ਸਾਡੇ ਨਾਲ ਜੁੜੇ ਹਨ ਉਹ ਹੋਰਾਂ ਨਾਲ ਸ਼ੇਅਰ ਕਰਨ। ਜੋ ਤੁਸੀਂ ਕਿਹਾ ਕਿ ਵੀ ਆਪਣੇ ਭਰਾ ਭੈਣਾਂ ਨੂੰ ਦੱਸੋ ਕਿ ਇਹ ਚੀਜ਼ਾਂ ਅਵੇਲੇਬਲ ਹਨ। ਔਰ ਇੱਕ ਵੱਡੀ ਗੱਲ ਡਾਕਟਰ ਗੁਰਪ੍ਰੀਤ ਗਾਂਡਾ ਨੇ ਜਦੋਂ ਸਭ ਤੋਂ ਪਹਿਲੇ ਸ਼ੁਰੂ ਕੀਤੀ ਕਿ 45% ਆਫ ਪੋਪੂਲੇਸ਼ਨ ਇਜ਼ ਗੋਇੰਗ ਥਰੂ ਥੀਸ ਮੈਂਟਲ ਇਸ਼ੂਜ਼। ਇਹ ਤੁਸੀਂ ਸਮਝੋ ਕਿ ਤੁਸੀਂ ਇਕੱਲੇ ਨਹੀਂ ਹੋ, ਕਿਉਂਕਿ ਕਈ ਵਾਰੀ ਇਨਸਾਨ ਨੂੰ ਇਹ ਲੱਗਦਾ ਵੀ ਮੇਰੇ ਸਾਥ ਹੀ ਹੋ, ਨਹੀਂ ਤੁਹਾਡੇ ਨਾਲ ਨਹੀਂ ਹੋ ਰਿਹਾ, ਕਈਆਂ ਨਾਲ ਹੋ ਰਿਹਾ ਹੈ। ਪਰ ਜਿਸ ਤਰ੍ਹਾਂ ਦੁੱਖ ਵਾਕਈ ਪੁਰਾਣੀ ਸਾਡੀ ਕਹਾਵਤ ਹੈ ਵੰਡਣ ਨਾਲ ਘਟ ਜਾਂਦਾ ਹੈ। ਇਹ ਵੀ ਜਿਹੜੀਆਂ ਬਿਮਾਰੀਆਂ ਪ੍ਰੋਬਲਮਸ ਹਨ ਜਿੰਨਾ ਕਿਸੇ ਨਾਲ ਕੋਈ ਵੰਡ ਲੋਗੇ ਸ਼ੇਅਰ ਕਰ ਲੋਗੇ ਤੁਹਾਨੂੰ ਕੋਈ ਵੱਡੀ ਐਡਵਾਈਸ ਦੇ ਦੇਗਾ। ਡਾਕਟਰ ਸਾਹਿਬ ਨੇ ਆਪ ਕਿਹਾ ਠੀਕ ਹੈ, ਰੱਬ ਦਾ ਭਰੋਸਾ ਵੀ ਰੱਖੋ, ਉਹ ਆਪਣੀ ਜਗ੍ਹਾ ਹੈ। ਜਿਹੜਾ ਕੋਈ ਵੀ ਮਜ਼ਹਬ ਤੁਸੀਂ ਫੋਲੋ ਕਰਦੇ ਆਪਣੇ ਸਪਿਰਿਚੁਅਲਿਟੀ ਰੱਖੋ, ਮੈਡੀਟੇਸ਼ਨ ਰੱਖੋ, ਪਰ ਇੱਕ ਪ੍ਰੋਫੈਸ਼ਨਲ ਮੈਡੀਕਲ ਸਾਇੰਟਿਫਿਕ ਫਾਰਮੂਲਾ ਜਿਹੜਾ ਅਵੇਲੇਬਲ ਹੈ ਉਹਨੂੰ ਜ਼ਰੂਰ ਫੋਲੋ ਕਰੋ। ਸੋ ਥੈਂਕ ਯੂ ਸੋ ਮਚ ਤੁਹਾਡਾ ਗੁਰਪ੍ਰੀਤ ਜੀ ਫॉर योर ਟਾਈਮ। ਸਾਡੀ ਟੈਕਨੀਕਲ ਟੀਮ ਦਾ ਵੀ ਥੈਂਕ ਯੂ ਬਣਦਾ ਹੈ, ਉਹਨਾਂ ਨੇ ਸਾਨੂੰ ਇਹਨਾਂ ਕੰਮ ਦਿੱਤਾ, ਸਾਰਾ ਪ੍ਰੋਗਰਾਮ ਬਣਾ ਕੇ ਦਿੱਤਾ, ਜੋੜ ਕੇ ਦਿੱਤਾ, ਤੁਹਾਨੂੰ ਜੋੜਿਆ, ਮੈਨੂੰ ਜੋੜਿਆ, ਸਾਰੇ ਜਿਹੜੇ ਸਾਡੇ ਫੇਸਬੁੱਕ ਤੇ ਬੈਠੇ ਨੇ ਸਰੋਤਾ ਉਹਨਾਂ ਨੂੰ ਜੋੜਿਆ। ਕੁਇਕਲੀ ਚੈੱਕ ਕਰ ਲੈਣੇ ਅਗਰ ਕੋਈ ਕੁਐਸਚਨ ਆਨਸਰ ਹੈ ਤੇ ਉਹਨਾਂ ਨੂੰ ਐਡਰੈਸ ਕਰ ਲਈਏ। ਆਈ ਥਿੰਕ ਇੱਕ ਸੀਗਾ ਔਨ ਦ ਕੈਨ ਯੂ ਸੀ ਦੈਟ ਵਨ? ਹਾਂਜੀ ਮੈਂ ਪੜ੍ਹ ਰਹੀ ਸੀ ਹੁਣੇ ਕਿ ਮੈਮ ਜਸਟ ਵਾਂਟਡ get an understanding of domestic violence. Does the number of domestic violence increase in Indian community, or are there increasing numbers of family domestic violence in Australia, or you're actually decreasing in generally? देखो जड़े domestic violence the numbers unfortunately in the past 2 years ਵੱਧ ਗਏ ਔਰ ਅਸੀਂ ਉਸ ਤੋਂ ਵੀ ਦੇਖ ਰਹੇ ਹਾਂ ਕਿ ਸਾਡਾ ਕੰਮ ਕਿੰਨਾ ਵੱਧ ਗਿਆ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਰੈਫਰਲਸ ਵੀ ਆ ਰਹੇ ਹਨ। ਪਰ ਆਈ ਵੁੱਡ ਨਾਟ ਸੇ ਕਿ ਕੇਵਲ ਇੰਡੀਅਨ ਕਮਿਊਨਿਟੀ ਦੇ ਵਿੱਚ ਵੱਧਦੇ ਹੈ, ਓਵਰਆਲ ਵੀ ਵੱਧਦੇ ਹੈ। ਪਰ ਸਾਡੀ ਕਮਿਊਨਿਟੀ ਦੇ ਵਿੱਚ ਹੈ ਕਿ ਅਸੀਂ ਇਹ ਚੀਜ਼ਾਂ ਨਾ ਆਪਣੇ ਕਹਿੰਦੇ ਕਿ ਘਰ ਦੀ ਗੱਲ ਘਰ 'ਚ ਰੱਖੋ ਐਂਡ ਆਲ ਦੈਟਸ ਫਾਈਨ। ਪਰ ਤੁਸੀਂ ਇਹ ਸੋਚੋ ਕਿ ਜਿਹੜੇ ਬੱਚੇ ਦੇਖ ਰਹੇ ਹੈ ਸਭ ਕੁਝ ਉਹਦੇ 'ਤੇ ਬਹੁਤ ਅਸਰ ਹੁੰਦਾ ਹੈ ਨਾ। ਤੇ ਉਹ ਬੱਚੇ ਵੀ ਅੱਗੇ ਜਾ ਕੇ ਜਦ ਉਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਹੈਲਦੀ ਫੈਮਿਲੀ ਕਿੱਦਾਂ ਹੁੰਦੀ ਹੈ, ਕਿੱਦਾਂ ਕਿਹਦੇ ਕੀ ਰੋਲਸ ਹੈ, ਕਿੱਦਾਂ ਰਹਿਣਾ ਹੈ, ਤੇ ਇਹ ਚੀਜ਼ਾਂ ਹੈਲਪ ਨਹੀਂ ਕਰਦੀਆਂ ਓਵਰਆਲ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਇਹ ਚੀਜ਼ਾਂ ਨੂੰ ਦਬਾਉਣ ਤੋਂ ਬਜਾਏ ਜੋ ਡਿਜ਼ਰਵਿੰਗ ਹੈ ਉਹਨਾਂ ਨੂੰ ਹੈਲਪ ਜ਼ਰੂਰ ਦਵਾਈਏ। ਮੈਂ ਤੁਹਾਨੂੰ ਵਿਕਟਮ ਸਰਵਿਸਿਜ਼ ਬਾਰੇ ਦੱਸਿਆ ਕਿ ਉਹ ਇਨੀਸ਼ੀਅਲੀ ਕੀ ਕਰਦੇ ਨੇ 22 ਆਵਰਸ ਆਫ ਕਾਉਂਸਲਿੰਗ ਦਿੰਦੇ ਹੈ, ਪਰ ਇਨ ਸਮ ਸਿਚੁਏਸ਼ਨਸ ਜਿੱਥੇ ਕਿ ਬਹੁਤ ਜ਼ਿਆਦਾ ਸੈਕਸੁਅਲ ਅਬਿਊਜ਼ ਹੈ ਜਾਂ ਚਾਈਲਡ ਇਨਵੋਲਵਡ ਹੈ ਉੱਥੇ ਯੂ ਕੈਨ ਅਪਲਾਈ ਫॉर ਫਰਦਰ ਸੈਸ਼ਨਸ ਆਲਸੋ, है ना। ਤੁਸੀਂ ਹੋਰ ਸੈਸ਼ਨਸ ਵੀ ਕਰ ਸਕਦੇ। ਆਈ ਹੋਪ ਆਈ ਹੈਵ ਆਨਸਰਡ ਯੋਰ ਕੁਐਸਚਨ। I think you've given her a broad overview. ਬਾਕੀ ਦੇਖੋ ਕੋਈ ਸਪੈਸਿਫਿਕ ਕੁਐਸਚਨ ਹੈ ਜਿਹੜਾ ਤੁਸੀਂ ਪ੍ਰਾਈਵੇਟ ਵਿੱਚ ਪੁੱਛਣਾ ਚਾਹੁੰਦੇ ਹੋ ਤੁਸੀਂ ਡਾਕਟਰ ਸਾਹਿਬ ਨਾਲ ਡਾਇਰੈਕਟ ਸੰਪਰਕ ਕਰੋ ਜਾਂ ਹਾਂਜੀ ਮੇਰੇ ਨਾਲ ਕਰ ਸਕਦੇ ਹੋ। ਹੈਲਪਲਾਈਨਸ ਅਸੀਂ ਦੱਸੀਆਂ ਕਿਉਂਕਿ ਹਾਂ ਕਈ ਗੱਲਾਂ ਇਹ ਸਭ ਤੋਂ ਵੱਡੀ ਜੈਸੇ ਜਿਹੜਾ ਨਾ ਉਹ ਜਿਹੜੀ ਆਪਣੀ ਇੱਕ ਤੁਹਾਨੂੰ ਝਾਕਾ ਹੈ ਉਹਨੂੰ ਓਵਰਕਮ ਕਰੋ ਬਿਕਾਜ਼ ਦੈਟ ਇਜ਼ ਪਾਰਟ ਆਫ ਦ ਟ੍ਰੀਟਮੈਂਟ। ਯੂ ਹੈਵ ਟੂ ਓਵਰਕਮ that ਕਿ ਵੀ ਕੌਨਫੀਡੈਂਸ ਆਪਣਾ ਵਾਪਸ ਲਿਆਓ, ਕਿਸੇ ਨਾਲ ਸ਼ੇਅਰ ਕਰੋ ਤਾਂ ਹੀ ਤੁਹਾਨੂੰ ਗਾਈਡ। ਕਿਉਂਕਿ ਇਹ ਜਸਟ ਫॉर द ਰਿਕਾਰਡ ਮੈਂ ਵੀ ਕਹਿ ਦਵਾਂ ਕਿ ਸਹੀ ਗੱਲ ਹੈ ਕਿ ਇਹ ਡੋਮੈਸਟਿਕ ਵਾਇਲੈਂਸ ਸਾਰੀ ਕਮਿਊਨਿਟੀਜ਼ ਵਿੱਚ ਵਧਿਆ ਹੈ। ਦੀ ਆਸਟ੍ਰੇਲੀਅਨ ਗਵਰਨਮੈਂਟ ਦੀ ਰੈਗੂਲੇਸ਼ਨ ਦੀ ਰਿਪੋਰਟਸ ਆਰ ਵੈਰੀ ਕਲੀਅਰ ਕਿ ਸਾਰੀ ਕਮਿਊਨਿਟੀਜ਼ ਵਿੱਚ ਵਧਿਆ ਹੈ। ਇਹ ਸਿਰਫ ਸਾਡੇ ਨਾਲ ਨਹੀਂ ਹੋ ਰਿਹਾ ਵਿਚ ਇਜ਼ ਵੈਰੀ ਕਲੀਅਰ। ਬਟ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹਾਂ। ਅਸੀਂ ਸਭ ਤੋਂ ਪਹਿਲੇ ਤੁਹਾਨੂੰ ਹੈਲਪ ਕਰਨਾ ਚਾਹੁੰਦੇ ਹਾਂ, ਤੁਹਾਡੇ ਲਾਈਕ ਤੋਂ ਤੁਹਾਡੇ ਸਪੈਸਿਫਿਕ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਹਾਂ। ਪਰ ਇਹ ਸਾਰਿਆਂ ਨਾਲ ਹੁੰਦਾ, ਪਰ ਜਸਟ ਬਿਕੋਜ਼ ਸਾਰਿਆਂ ਨਾਲ ਹੁੰਦਾ ਉਹ ਜਾਇਜ਼ ਨਹੀਂ ਹੋ ਜਾਂਦਾ। ਜੋ ਨਾਜਾਇਜ਼ ਹੈ ਉਹ ਨਾਜਾਇਜ਼ ਹੈ, ਗਲਤ ਹੈ, ਵਿਚ ਇਜ਼ ਵਾਟ ਡਾਕਟਰ ਸਾਹਿਬ ਹੈਜ਼ ਸੈਡ ਕਿ ਦੇਖੋ ਤੁਹਾਨੂੰ ਇੱਥੇ ਅਵੇਲੇਬਿਲਿਟੀ ਹੈ। ਇੱਕ ਕੁਐਸਚਨ ਹੋਰ ਲੈ ਲੈਣੇ ਆ ਡਾਕਟਰ ਸਾਹਿਬ ਬਿਫੋਰ ਵੀ ਗੋ ਐਂਡ ਦੈਨ we do have time if more questions there I can take them। ਹਾਂਜੀ
ਸੋ ਜੇ ਕੋਈ ਕਿਸੇ ਦਾ ਕੋਈ ਕੁਐਸਚਨ ਹੈ ਪਲੀਜ਼ ਹੁਣ ਸਾਡੇ ਨਾਲ ਰੇਜ਼ ਕਰ ਲਓ, ਬਟ ਜੇ ਬਾਅਦ ਵਿੱਚ ਵੀ ਖਿਆਲ ਆਏ ਬਾਈ ਆਲ ਮੀਨਸ ਪੁੱਟ ਇਟ देयर। ਇੱਕ ਸੈਕੰਡ ਪੁਆਇੰਟ ਇੱਥੇ ਹੈਗਾ, ਇਹਨੂੰ ਜਰਾ ਡਾਕਟਰ ਸਾਹਿਬ ਦੇਖਣਾ ਜਰਾ। ਹਾਂਜੀ, ਮੈਂ ਇਸ ਸਟਿਗਮਾ ਦੇ ਬਾਰੇ ਕੁਐਸਚਨ ਹੈ ਜੀ। ਬਿਲਕੁਲ ਸਹੀ ਕਹਿ ਰਹੇ ਹੋ ਕਿ ਇੰਨਾ ਸਟਿਗਮਾ ਹੈ ਕਿ ਅਸੀਂ ਇਹਦੇ ਬਾਰੇ ਬਿਲਕੁਲ ਗੱਲ ਨਹੀਂ, ਕੋਈ ਚਾਹੁੰਦਾ ਵੀ ਨਹੀਂ ਹੈ ਕਿ ਕਿਸੇ ਨੂੰ ਪਤਾ ਲੱਗੇ ਮੇਰੀ ਕਮਿਊਨਿਟੀ 'ਚ ਮੈਂ ਸਾਈਕੋਲੋਜਿਸਟ ਕੋਲ ਜਾ ਰਿਹਾ, ਇੰਨਾ ਡਰਦੇ ਨੇ। ਪਰ ਦੇਖੋ, ਕਿਸੇ ਨੂੰ ਤਾਂ ਇਹ ਸਟੈਪ ਲੈਣਾ ਹੀ ਪਏਗਾ। ਹੁਣ ਜਿਵੇਂ ਅੱਜ ਵੀ ਇੱਕ ਕਮਿਊਨਿਟੀ ਤੋਂ ਆਏ, ਪਰ ਘਰ ਵਿੱਚ ਨਹੀਂ ਦੱਸਣਾ ਚਾਹੁੰਦੇ, ਤਾਂ ਇਟ ਇਜ਼ ਇੰਪੋਰਟੈਂਟ ਜਦੋਂ ਤੁਸੀਂ, ਮੈਂ ਇਹੀ ਇਨਕਰੇਜ ਕਰਦੀ ਹਾਂ ਕਿ ਤੁਸੀਂ ਆਪਣੇ ਹਸਬੈਂਡ ਨੂੰ ਲੈ ਆਓ ਸੈਸ਼ਨ, ਮੈਂ ਦੱਸਾਂਗੀ, ਮੈਂ ਉਹਨਾਂ ਨੂੰ ਇਸ ਦੇ ਬਾਰੇ ਦੱਸਾਂਗੀ ਕਿ ਇਹ ਚੀਜ਼ ਇਹ ਨਹੀਂ ਹੈ ਕੋਈ ਜਾਣਬੁੱਝ ਕੇ ਕਰ ਰਿਹਾ ਹੈ, ਇਹ ਵਾਕਈ ਬੰਦੇ ਨੂੰ ਜ਼ਰੂਰਤ ਹੈ। ਜਦੋਂ ਉਹਨਾਂ ਨੂੰ ਸਮਝ ਆਏਗੀ ਕਿ ਸੱਚੀ ਇਹ ਇੱਕ ਡਿਸਆਰਡਰ ਹੈ, ਇਹ ਚੀਜ਼ਾਂ ਕੋਈ ਮਨ ਕਰਨ ਦੀ ਗੱਲ ਨਹੀਂ ਹੈਗੀ। ਤੇ ਅਸੀਂ ਦੇਖੋ, ਇਹ ਵੈਬਿਨਾਰਸ ਵੀ ਜਿਹੜਾ ਇਹਨਾਂ ਨੇ ਆਰਗੇਨਾਈਜ਼ ਕੀਤਾ ਹੈ, ਇਹ ਇੱਕ ਸਟੈਪ ਟੂਵਰਡਸ ਅਵੇਅਰਨੈਸ ਨੂੰ ਕ੍ਰੀਏਟ ਕਰਨਾ। ਹੁਣ ਔਰ ਅਸੀਂ ਕੀ ਕਰ ਸਕਦੇ ਹਾਂ ਕਿ ਜੇ ਮੇਰੇ ਨਾਲ ਕੋਈ ਗੱਲ ਕਰ ਰਿਹਾ ਹੈ ਤੇ ਮੈਂ ਵੀ ਇਹ ਨਾ ਕਹਾਂ ਕਿ ਮਿੱਟੀ ਪਾਓ, ਅਸੀਂ ਉਹਨੂੰ ਸੁਣੀਏ, ਤਾਂ ਅਸੀਂ ਇਨ ਅ ਵੇ ਵੀ ਆਰ ਬ੍ਰੋਡਨਿੰਗ ਦੈਟ ਸਰਕਲ ਕਿ ਅਸੀਂ ਵੀ ਇੱਕ ਇੰਸਟਰੂਮੈਂਟ ਬਣ ਰਹੇ ਹਾਂ ਕਿ ਅਸੀਂ ਅਵੇਅਰਨੈਸ ਖੁਦ ਕ੍ਰੀਏਟ ਕਰੀਏ। ਔਰ ਜਿਹੜੇ ਮੈਨੂੰ ਸਮਝਦੇ ਆ ਉਹਨਾਂ ਨਾਲ ਮੈਂ ਸ਼ੇਅਰ ਕਰਾਂ ਕਿ ਹਾਂ ਜੀ, ਮੈਂ ਗਈ ਸੀ, ਮੈਨੂੰ ਹੈਲਪ ਮਿਲੀ, ਮੈਂ ਹੁਣ ਬਿਲਕੁਲ ਠੀਕ ਹਾਂ। ਹੁਣ ਜਦੋਂ ਅਸੀਂ ਇਹ ਵੀ ਸ਼ੇਅਰ ਕਰ ਰਹੇ ਹਾਂ, ਅਸੀਂ ਉਸ ਝਿਜਕ ਨਹੀਂ ਰਹੇ, ਤਾਂ ਅਸੀਂ ਉਸ ਵਿੱਚ ਵੀ ਕ੍ਰੀਏਟ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕਿ ਮੈਨੂੰ ਉਦਾਸੀ ਸੀ, ਕਿ ਮੈਨੂੰ ਇੱਦਾਂ ਟਰਾਮਾ ਹੋ ਗਿਆ ਸੀਗਾ, ਕਿ ਇਹ ਇੱਕ ਨੈਚੁਰਲ ਚੀਜ਼ਾਂ ਇੱਦਾਂ ਹੋ ਜਾਂਦਾ ਹੈ। ਕਿਉਂਕਿ ਇਹ ਝਿਜਕ ਦੇ ਕਾਰਨ ਅਸੀਂ ਅਗਰ ਟ੍ਰੀਟਮੈਂਟ ਨਹੀਂ ਲੈ ਰਹੇ ਤਾਂ ਇਮੈਜਿਨ ਅਸੀਂ ਕਿੰਨਾ ਜ਼ਿਆਦਾ ਡੈਮੇਜ ਕਰ ਰਹੇ ਹਾਂ ਖੁਦ ਤੇ ਔਰ ਖੁਦ ਦੇ ਪਰਿਵਾਰ ਤੇ, ਕਿਉਂਕਿ ਜਿੰਨੇ ਲੋਕ ਮੇਰੇ ਨਾਲ ਕਨੈਕਟਡ ਹੈ ਦੇ ਆਲ ਗੈਟ ਅਫੈਕਟਡ ਬਾय ਦਿਸ। ਹਾਂਜੀ, ਬਿਲਕੁਲ ਡਾਕਟਰ ਸਾਹਿਬ ਨੇ ਠੀਕ ਕਿਹਾ ਕਿ ਦੇਖੋ ਇਹ ਸਟਿਗਮਾ ਦੂਰ ਕਰੋ, ਗੱਲ ਕਰੋ। ਔਰ ਇੱਕ ਮੈਂ ਰਿਪੀਟ ਕਰ ਦੇਵਾਂ, ਵਿੱਚ ਇਨ ਆਸਟ੍ਰੇਲੀਆ ਦੀ confidentiality laws are very strict, so ਜੇ ਅਗਰ ਤੁਸੀਂ ਕਿਸੇ ਵੀ ਹੈਲਥ ਹਾਂਜੀ, ਪ੍ਰੋਫੈਸ਼ਨਲ ਕੋਲ ਗਏ ਹੋ, ਤੁਹਾਡੀ ਉਹਨਾਂ ਦੀ ਆਪਸ ਵਿੱਚ ਜਿਹੜੀ ਗੱਲ ਹੋਈ ਹੈ ਉਹ ਕਿਸੇ ਹੋਰ ਨਾਲ ਕਦੀ ਨਹੀਂ ਡਿਸਕਸ ਹੁੰਦੀ। ਸੋ ਤੁਸੀਂ ਉਸ ਮਾਮਲੇ 'ਚ ਕਦੀ ਸ਼ਰਮ ਨਾ ਝਿਜਕ ਨਾ ਕਰਿਓ ਕਿ ਵੀ ਮੈਂ ਕਮਿਊਨਿਟੀ ਦੇ ਇੱਕ ਬੰਦ ਬਾਹਰ ਕभी ਖਬਰ ਨਹੀਂ ਆਏਗੀ, ਬਿਕਾਜ਼ ਯੂ ਵਿਲ ਬੀ ਡੀਲਿੰਗ दैट पर्सन स्पेसिफिक है। ਹਾਂਜੀ, ਔਰ ਹਾਂਜੀ, ਉਹਦੇ 'ਚ ਬਿਲਕੁਲ ਕੋਈ ਸ਼ਰਮ ਬਿਲकुल, ਵਾਲੀ ਗੱਲ ਬਿਲकुल ਇਟਸ ਅਗੇਂਸਟ ਲਾਅ ਜੀ। ਅਗਰ ਕਿਸੇ ਨਾਲ ਅਸੀਂ ਸ਼ੇਅਰ ਕਰਦੇ ਹਾਂ ਤਾਂ ਇਟਸ ਅਗੇਂਸਟ ਲਾਅ। ਜਿਵੇਂ ਕੋਈ ਬੱਚਾ ਵੀ ਆਉਂਦਾ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਾ ਜਿਹੜਾ 14 ਤੋਂ ਉੱਪਰ ਹੈ, ਅਗਰ ਉਹਨੂੰ ਪਹਿਲੇ ਪੁੱਛਦੇ ਹਾਂ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੋਈ ਪੈਰੈਂਟ ਇੱਥੇ ਬੈਠੇ, ਜੇ ਉਹ ਬੱਚਾ ਕਹੇ ਨਹੀਂ ਤਾਂ ਬੱਚੇ ਨਾਲ ਅਸੀਂ ਖੁਦ ਪਹਿਲੇ ਸੈਸ਼ਨਸ ਕਰਦੇ ਹਾਂ। ਫਿਰ ਜੇ ਬਹੁਤ ਜ਼ਰੂਰੀ ਕੋਈ ਗੱਲ ਹੁੰਦੀ ਹੈ ਤਾਂ ਮਾਂ-ਬਾਪ ਨੂੰ ਇਨਫੋਰਮ ਕੀਤਾ ਜਾਂਦਾ ਹੈ, ਜਾਂ ਬੱਚਾ ਜੋ ਕੰਫਰਟੇਬਲ ਫੀਲ ਕਰੇ ਤਾਂ ਹੀ, ਤਾਂ ਕੌਨਫੀਡੈਂਸ਼ੀਅਲਿਟੀ ਦਾ ਬਹੁਤ ਹੀ ਖਿਆਲ ਕੀਤਾ ਜਾਂਦਾ ਹੈ ਜੀ। ਥੈਂਕ ਯੂ। ਤੁਹਾਡਾ ਧੰਨਵਾਦ, ਟੈਕਨੀਕਲ ਟੀਮ ਦਾ ਬਹੁਤ-ਬਹੁਤ ਧੰਨਵਾਦ, ਔਰ ਜਿੰਨੇ ਲੋਕ ਸਾਡੇ ਨਾਲ ਜੁੜੇ ਹਨ ਸਭ ਦਾ ਧੰਨਵਾਦ। ਇਹ ਮੈਸੇਜ ਪਹੁੰਚਾਓ ਆਪਣੀ ਕਮਿਊਨਿਟੀਜ਼ ਨੂੰ, ਕਿਉਂਕਿ ਇਹ ਜ਼ਰੂਰੀ ਹੈ, ਇਸ ਵਕਤ ਲੋੜ ਹੈ। ਔਰ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਡੋਮੈਸਟਿਕ ਵਾਇਲੈਂਸ ਹੈ, ਡਰਗ ਅਬਿਊਜ਼ ਹੈ, ਐਂਗਜ਼ਾਇਟੀ ਹੈ, ਮਤਲਬ ਇਸ਼ੂਜ਼ ਇੰਨੇ ਜ਼ਿਆਦਾ ਹੈਗੇ ਨੇ, ਪਰ ਉਹ ਬਿਲਕੁਲ ਉਹਨਾਂ ਦੀ ਗੱਲ ਸੀ ਕਿ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਦੀ ਐਡਵਾਈਸ ਲਓ। ਦਿਸ ਇਜ਼ ਨਾਟ ਅ ਟੌਪਿਕ ਟੂ ਬੀ ਟੇਕਨ ਲਾਈਟਲੀ, ਦਿਸ ਇਜ਼ ਨਾਟ ਅ ਟੌਪਿਕ ਟੂ ਬੀ ਇਗਨੋਰਡ, this is not a topic we can brush under the carpet forever. So thank you so much, Dr. Saab, for your time. And बहुत बहुत शुक्रिया करण जी। जान तो पहला आई वुड लाइक टू शेयर माय कॉन्टैक्ट डिटेल्स विद please. हाँ जी, ਇਹ ਮੇਰੀ ਕੰਟੈਕਟ ਡਿਟੇਲਸ ਹੈ। ਜੇ ਕੋਈ ਪਰਸਨਲੀ ਕੋਈ ਅਪਾਇੰਟਮੈਂਟ ਜਾਂ ਮੇਰੇ ਨਾਲ ਗੱਲ ਕਰਨੀ ਹੈ ਤੇ ਰਿਸੈਪਸ਼ਨ ਤੇ ਤੁਸੀਂ ਮੈਸੇਜ ਛੋੜ ਸਕਦੇ ਹੋ। ਇਹ ਮੇਰਾ ਨੰਬਰ ਹੈ 0402613838 ਤੇ ਇਹ ਵੈਬਸਾਈਟ ਹੈ। ਤਾਂ ਤੁਸੀਂ ਜੇ ਚਾਹੋ ਇਸ ਦੇ ਬਾਰੇ ਹੋਰ ਜਾਣਕਾਰੀ ਲੈਣੀ ਤਾਂ I'll see what I can do, ਮੈਂ ਪੂਰੀ ਕੋਸ਼ਿਸ਼ ਕਰਾਂਗੀ। ਥੈਂਕ ਯੂ ਸੋ ਮਚ। ਸ਼ੁਕਰੀਆ ਬਹੁਤ। ਜਿਹੜੇ ਲੋਕਾਂ ਨੇ ਸਾਡੇ ਨਾਲ ਜੁੜੇ ਉਹਨਾਂ ਦੀ ਪ੍ਰੋਫੈਸ਼ਨਲ ਡਿਵੈਲਪਮੈਂਟ ਵਾਸਤੇ ਜੇ ਉਹ ਸਰਟੀਫਿਕੇਟ ਚਾਹੀਦਾ ਤੇ ਉਹ ਉਹਨਾਂ ਨੂੰ ਭਿਜਵਾ ਦਿੱਤਾ ਜਾਏਗਾ। ਔਰ ਇਸੇ ਤਰ੍ਹਾਂ ਉੱਪਰ ਵਾਲਾ ਮਿਹਰਬਾਨੀ ਕਰੇਗਾ, ਇੱਕ ਅਸੀਂ ਹੋਰ ਪ੍ਰੋਗਰਾਮ ਤੁਹਾਡੇ ਵਾਸਤੇ ਹੋਸਟ ਕਰਦੇ ਰਹਾਂਗੇ, ਰੈਗੂਲਰਲੀ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਾਂਗੇ ਆਪਣੀ ਕਮਿਊਨਿਟੀ ਨਾਲ। ਸੋ ਥੈਂਕ ਯੂ ਐਵਰੀਬਡੀ। ਸਤਿ ਸ੍ਰੀ ਅਕਾਲ ਐਂਡ ਗੁੱਡ ਬਾਏ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।